श्लोक रोस न कहूँ संग करो, अपने आप विचार। हुए निमाण जग रहो, नानक नदरी पार। पौड़ी रारा रेन होत सब जाकी, तज अभिमान छुटै तेरी बाकी। रण दरगाह तो सीजै भाई, जो गुरमुख राम नाम लिव लाई। रहत रहत रह जाए बेकारा, गुरपुरै के शब्द अपारा। राते रंग नाम रस माते, नानक हर गुर कीनी दाते। राते रंग नाम रस माते, नानक हर गुर कीनी दाते। वाहिगुरु जी का खालसा, वाहिगुरु जी की फतेह। धन गुरु अर्जन देव पातशाह। श्लोक रोस न काहू संग करो, आपन आप विचार। होए निमाणा जग रहो, नानक नदरी पार। सतगुरु जी ने अगलेरा जिहड़ा अखर है वो रारा है। श्लोक विच कहंदे रोस न काहू संग करो, जिवें ना सीधी जी गल कह के समझाउणा होवे भी किसी नाल गुस्सा नहीं करीदा, रोस नहीं करीदा। ये गुरु अर्जन पातशाह जी कह रहे हैं, क्योंकि जिहड़े विचार है ना वो अपने आपे दी आ। सानू कई गल्लां ते जिवें सपोज करो गुस्सा आउंदा है, जदों तुसीं ਉਹ अपने आप ਨੂੰ रियलाइज़ करोगे, अपने वल ਨੂੰ ਉਹਨੂੰ अपने आपे ਨੂੰ विचारोगे, फिर ਉਹ ਤੁਹਾਨੂੰ उस सारे दे सारे अपने थॉट प्रोसैस जो तुहाडे अंदर चल रहा है विचार, ਉਹਦੇ ਵਿੱਚੋਂ ਤੁਹਾਨੂੰ थोड़ा ਜਿਹਾ समझ पेगा भी ਐਵੇਂ कोई खास गल तो है भी नहीं। जे गल होवे भी तो बंदा सोचता भी किहड़ी गल ते मैं आपदे आप नूं इरीटेट कर रहा है, दुखी कर रहा। ये आपे दी विचार है। महाराज कहंदे रोस ना काहू संग करो, किसी नाल रोस ना करो। बंदे दे रोस जिहड़े जिंदगी दे ने बड़े रोसे साडे रोसे बड़े हुए ने। रोस बनिया है जी मेरा तो रोस है। रोस हुंदा है किसी चीज़ दा नाल तुसीं सहमत ना होना। जिहड़ी चीज़ नाल तुसीं सहमत नहीं है तो उत्थे असीं उहनूं मन करके इग्नोर कर दिंदे आ, उहदा मतलब साडा उहदे नाल रोस है। तो जां फिर ये हुंदा थोड़ा जिहा होर असीं उहनूं कन्वर्ट कर दिंदे भी जिहड़ी वो गल हुंदी है असीं उहनूं मनदे नहीं, इस करके उहदे तो असीं पासा कर लैंदे भी मेरा तो इहदे नाल रोस सही है, बस छड्डो जी। असीं उहनूं उस चीज़ नूं छड्डता, इस करके छड्डिया, छड्डण पिछे भी साडा रोस है। ਇਹਦਾ रीजन ਹੁੰਦਾ जिमें असीं किसी नूं बुलाउणा छड्डता, बस सौखी जी गल है। पुछो जी की गल, बस जी आपां काहनूं किसी नूं कुछ माड़ा कहना, चुप ही चंगी है। ਇਹਦਾ मतलब वो चुप दे विच भी रोस पिया है।
खुशीरामे नहीं भी एवें नहीं है भी हाँ ठीक है, जो बुला लिया तो ठीक है, नहीं ना एवें नहीं। ਉਹਦਾ ਮਤਲਬ ਵੀ ਉਹਦੇ ਵਿੱਚ ਵੀ ਆਪਾਂ ਚੁੱਪ ਹੀ ਚੰਗੇ। ਇਹਦਾ ਮਤਲਬ ਸਾਨੂੰ ਕਿਤੇ ਨਾ ਕਿਤੇ ਰੋਸ ਪਿਆ ਸਾਡੇ ਅੰਦਰ, ਉਹਨੂੰ ਅਸੀਂ ਮੈਂਟਲੀ ਤੌਰ 'ਤੇ ਆਪਦੇ ਤੌਰ 'ਤੇ ਛੱਡਿਆ ਨਹੀਂ ਹੈਗਾ। ਸਿਰਫ ਇਸ ਕਰਕੇ ਆਪਦੇ ਮਨ ਨੂੰ ਵੀ ਅਸੀਂ ਨਹੀਂ ਜੀ ਆਪਾਂ ਤਾਂ ਰੋਸ ਮਤਲਬ ਹੈਗੇ ਤਾਂ ਅੰਦਰੋਂ ਰੋਸ ਹੀ ਆ ਕਿਤੇ, ਜਾਂ ਫਿਰ ਅਸੀਂ ਕਹਿ ਦਿੰਦੇ ਰੁੱਸਿਆ ਹੋਇਆ। ਰੋਸ ਤੋਂ ਰੁੱਸਿਆ ਹੋਇਆ ਬਣਦਾ ਸ਼ਬਦ। ਕਿਉਂ ਰੁੱਸ ਗਏ ਜੀ? ਬਸ ਕਿਸੇ ਗੱਲ 'ਤੇ ਸਾਡੀ ਸਹਿਮਤੀ ਨਹੀਂ ਹੈਗੀ। ਆ ਜਿਹੜੇ ਰੋਸ ਮੁਜ਼ਾਹਰੇ ਹੁੰਦੇ ਨੇ, ਰੋਸ ਮੁਜ਼ਾਹਰਾ ਜਿਵੇਂ ਕਿੰਨਾ ਸੀ ਕਿਸਾਨੀ ਸੰਘਰਸ਼ ਵੇਲੇ ਵੀ ਹੋਇਆ, ਰੋਸ ਹੀ ਕੀਤਾ, ਵਿਰੋਧ ਕੀਤਾ। ਜਿਹੜੀ ਚੀਜ਼ ਸਾਡੇ ਮੁਤਾਬਕ ਨਹੀਂ ਹੁੰਦੀ ਸੀ ਉਹਦਾ ਰੋਸ ਮੰਨਦੇ ਆ। ਆਪਦੇ ਮੁਤਾਬਕ ਬੰਦੇ ਦੇ ਹੋਵੇ ਤੇ ਗਲਤ ਵੀ ਹੋਵੇ ਉਹਨੂੰ ਬੰਦਾ ਉਹਨੂੰ ਸਹੀ ਕਹਿੰਦਾ, ਰੋਸ ਥੋੜ੍ਹੀ ਕਰਦਾ। ਤਾਂ ਫਿਰ ਕੀ ਆ, ਚਲੋ ਆਪਦਾ ਹੀ ਬੱਚਾ ਹੈ, ਆਪਦਾ ਹੀ ਰਿਸ਼ਤੇਦਾਰ ਆ, ਆਪਣੇ ਹੀ ਭੈਣ ਭਾਈ ਹੈ, ਉਹਦਾ ਰੋਸ ਕੋਈ ਨਹੀਂ। ਰੋਸ ਬੰਦਾ ਕਿਹਦਾ ਕਰਦਾ? ਜਿਹਦੇ ਤੇ ਸਹਿਮਤੀ ਨਾ ਹੋਵੇ, ਉਹ ਰੋਸ ਹੈ। ਅੱਛਾ ਹੁੰਦਾ ਕੀ ਹੈ? ਜੇ ਤੁਸੀਂ ਹੁਣ ਧਿਆਨ ਦਿਓ, ਜੇ ਤੁਸੀਂ ਉਹੀ ਗੱਲ ਫਿਰ ਮੈਂ ਕਹਾਂ ਵੀ ਜੇ ਜੋਤ ਨੂੰ ਜੋੜੋਗੇ ਫਿਰ ਤੁਸੀਂ ਕਿਹਦੇ ਨਾਲ ਰੋਸ ਕਰੋਗੇ? ਵੀ ਮੈਂ ਤਾਂ ਜੀ ਰੋਸ ਕਰਦਾ ਇਸ ਚੀਜ਼ ਤੇ, ਕਿਹਦੇ ਤੇ ਰੋਸ ਕਰੋਗੇ? ਰੋਸ ਜਦੋਂ ਤੁਸੀਂ ਜੋਤ ਦੇਖ ਲਈ ਫਿਰ ਕਾਹਦਾ ਰੋਸ ਹੈ? ਕਿਹਦੇ ਨਾਲ ਰੁੱਸੋਗੇ? ਰੁੱਸਣ ਵਾਲਾ ਵੀ ਉਹੀ ਹੈ, ਦੁੱਖ ਦੇ ਵਿੱਚ ਵੀ ਉਹੀ ਹੈ। ਰੁੱਸ ਕਿਹਦੇ ਨਾਲ ਕਰੋ? ਜੇ ਅਸੀਂ ਕਰਦੇ ਹਾਂ ਜੋਤ ਨਾਲ ਹੀ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਜਿਹੜਾ ਤੂੰ ਰੋਸ ਕਰਦਾ ਨਾ ਇਹ ਤੇਰਾ ਸਹੀ ਨਹੀਂ, ਕਿਉਂਕਿ ਆਪਦੇ ਮਨ ਦੀ ਜਿਹੜੀ ਹਾਲਤ ਹੈ ਉਹਦੇ ਵਿੱਚ ਅਸੀਂ ਜਦੋਂ ਕਿਸੇ ਲਈ ਰੋਸ ਰੱਖਦੇ ਹਾਂ, ਕਿਸੇ ਲਈ ਦੋਸ਼ ਰੱਖਦੇ ਹਾਂ, ਕਿਸੇ ਲਈ ਨਫ਼ਰਤ ਰੱਖਦੇ ਹਾਂ, ਉਹਦਾ ਬੋਝ ਜਿਹੜਾ ਹੈ ਉਹ ਸਾਡੇ ਮਨ 'ਤੇ ਰਹਿੰਦਾ ਹੈ, ਦੂਜੇ 'ਤੇ ਨਹੀਂ ਰਹਿੰਦਾ। ਮੈਂ ਵੈਰ ਹੀ ਨਹੀਂ ਮੇਰਾ ਕੋਈ, ਜਦੋਂ ਮੇਰਾ ਵੈਰ ਹੀ ਕੋਈ ਨਹੀਂ ਤੇ ਵੈਰ ਹੀ ਕੋਈ ਨਹੀਂ ਹੈਗਾ, ਅਤੇ ਜਦੋਂ ਵੈਰ ਹੀ ਕੋਈ ਨਹੀਂ ਤੇ ਮੈਨੂੰ ਕਿਸੇ ਦੀ ਤਕਲੀਫ ਕੀ ਹੋਏਗੀ? ਫਿਰ ਮੈਨੂੰ ਦੁੱਖ ਕਿਉਂ ਹੋਏਗਾ? ਜਦ ਮੇਰਾ ਕਿਸੇ ਨਾਲ ਵੈਰ ਹੀ ਨਹੀਂ, ਮੈਂ ਰੋਸਾ ਕਾਹਦਾ ਕਰਾਂ? ਮੇਰਾ ਤਾਂ ਕੋਈ ਰੋਸਾ ਹੀ ਨਹੀਂ ਤੇਰੇ ਨਾਲ, ਕੋਈ ਰੋਸਾ ਨਹੀਂ। ਇਹ ਰੋਸ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਰੋਸ ਨਾ ਕਾਹੂ ਸੰਗ ਕਰੋ। ਕਾਹਨੂੰ ਕਿਸੇ ਨਾਲ ਸੰਗ ਕਰ ਦੋ? ਮਹਾਰਾਜ ਫਿਰ ਕੀ ਕਰੀਏ? ਜੇ ਕਿਤੇ ਰੋਸ ਗੁੱਸਾ ਆਉਂਦਾ ਵੀ ਹੈ, ਕਹਿੰਦੇ ਆਪਣ ਆਪ ਵਿਚਾਰ, ਤੂੰ ਆਪਣੇ ਆਪੇ ਦੀ ਵਿਚਾਰ ਕਰ, ਆਪਣੇ ਆਪੇ ਨੂੰ ਖੋਜ ਵੀ ਤੇਰੇ ਕੋਲ ਕੀ ਆ। ਜੇ ਮੈਂ ਕਹਾਂ ਵੀ ਸਪੋਜ਼ ਕਰੋ ਵੀ ਦੇਖੋ ਜੀ ਗਾਲਾਂ ਕੱਢਣੀਆਂ ਮਾੜੀਆਂ ਨੇ, ਬੁਰਾ ਕਹਿਣਾ ਕਿਸੇ ਨੂੰ ਮਾੜਾ, ਅਸੀਂ ਬਿਲਕੁਲ ਕਹਿੰਦੇ ਮਾੜਾ। ਮੰਨ ਲਓ ਕਿਸੇ ਨੇ ਬੁਰਾ ਕਰਿਆ, ਅਸੀਂ ਕਹਿੰਦੇ ਲੈ ਇਹ ਅਸੀਂ ਉਹਨੂੰ ਨਾਲ ਲੱਗ ਜਾਂਦੇ ਕਹਿਣ। ਇਹ ਤਾਂ ਅਸੀਂ ਕਹਿੰਦੇ ਦੇਖੋ ਜੀ ਕਿੱਡਾ ਬੰਦਾ ਗਲਤ ਹੈ ਜੀ, ਇਹ ਐਂ ਕਰਦਾ ਜੀ, ਐਂ ਬੋਲਦਾ ਜੀ। ਅਸੀਂ ਵੀ ਤਾਂ ਬੋਲ ਹੀ ਰਹੇ ਹਾਂ, ਉਹਨੂੰ ਬੋਲ ਰਹੇ ਹਾਂ, ਉਸੇ ਬੰਦੇ ਨੂੰ ਬੋਲ ਰਹੇ ਹਾਂ। ਫਿਰ ਫਰਕ ਕੀ ਹੋਇਆ? ਕੋਈ ਫਰਕ ਨਹੀਂ। ਜਾਂ ਤਾਂ ਤੁਸੀਂ ਇਹ ਕਹੋ ਵੀ ਉਹਨੇ ਕੁਛ ਕਿਹਾ ਤੇ ਤੁਸੀਂ ਅੱਗੋਂ ਜਵਾਬ ਕੋਈ ਨਹੀਂ, ਫੇਰ ਹੈ ਵੀ ਮੇਰਾ ਸੁਭਾਅ ਤਾਂ ਹੈ ਜੀ ਆਪ ਪਤਾ ਨਹੀਂ ਕਿਸੇ ਨੂੰ ਬੋਲਦੇ। ਇਹ ਕੀ ਹੈ? ਇਹ ਕਿਸ ਧਾਰਾ ਦੇ ਵਿੱਚ ਹੈ? ਇਹ ਆਪਣੇ ਆਪੇ ਦੀ ਖੋਜ ਆ ਵੀ ਮੈਂ ਕੀ ਹਾਂ, ਮੇਰੇ ਕੋਲ ਕੀ ਹੈ, ਮੇਰੇ ਕੋਲ ਕੀ ਹੈ। ਬਸ ਆਹੀ ਖੋਜਣ ਦੀ ਲੋੜ ਹੈ, ਆਪਣੇ ਆਪੇ ਦੀ ਖੋਜ ਹੀ ਹੁੰਦੀ ਹੈ। ਜਦ ਤੱਕ ਤੂੰ ਆਪਦਾ ਅੰਦਰ ਨਹੀਂ ਦੇਖੇਗਾ, ਠੀਕ ਹੈ ਤੂੰ ਬਾਹਰੋਂ ਕੁਛ ਮਰਜ਼ੀ ਕਹੇ। ਕਬੀਰ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ। ਪਹਿਲੀ ਗੱਲ ਤਾਂ ਠੀਕ ਹੋ ਗਈ। ਅਗਲੀ ਗੱਲ ਕਹਿੰਦੀ ਹੋ ਸਭਨਾ ਕੀ ਰੇਣੂਕਾ। ਹੁਣ ਤੁਸੀਂ ਇਹ ਜਿਹੜੇ ਜਿੱਥੇ ਮਰਨ ਦੇ ਕਬੀਰ ਪਹਿਲਾ ਮਰਨ ਆ ਜਿਹੜਾ ਸ਼ਬਦ ਆ ਨਾ, ਉਹ ਮਰਨ ਦੇ ਅਰਥ ਬਦਲ ਜਾਣਗੇ ਇਸ ਚੀਜ਼ ਨਾਲ, ਕਿਉਂਕਿ ਅਗਲੀ ਪੰਕਤੀ ਇਹੀ ਕਹਿੰਦੀ ਹੈ, ਮੈਂ ਨਾਲ ਰਲਾ ਲੈਂਦਾ। ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਕਿਸੇ ਨਾਲ ਰੋਸ ਨਾ ਕਰੋ, ਆਪਣੇ ਆਪੇ ਦੀ ਵਿਚਾਰ ਕਰੋ। ਹੋਏ ਨਿਮਾਣਾ ਜਗ ਰਹੋ। ਜੇ ਜਗ ਤੇ ਰਹਿਣਾ ਹੈ ਨਾ, ਨਿਮਾਣੇ ਬਣ ਕੇ ਰਹੋ, ਫਿਰ ਨਾਨਕ ਨਦਰੀ ਪਾਰ। ਜੇ ਤੁਸੀਂ ਕਿਸੇ ਨਾਲ ਰੋਸ ਨਹੀਂ ਨਾ ਕਰਨਾ ਤੇ ਚੇਤਾ ਰੱਖ, ਤੇ ਫਿਰ ਨਿਮਾਣਾ ਬਣ ਕੇ ਰਹਿਣਾ। ਅਸੀਂ ਰੋਸ ਕਰਦੇ ਹਾਂ, ਰੋਸ ਦੇ ਵਿੱਚ ਅਸੀਂ ਆਪਦੀ ਹਉਮੈ ਲੈ ਅਸੀਂ ਨਹੀਂ ਬੁਲਾਉਂਦੇ ਇਹਨਾਂ ਨੂੰ, ਨਾ ਨਾ ਆਪਾਂ ਕੀ ਲੈਣਾ ਜੀ ਇਹੋ ਜਿਹੇ ਬੰਦੇ ਤੋਂ, ਅਸੀਂ ਨਹੀਂ ਬੁਲਾਉਂਦੇ। ਸਾਡੇ ਕੋਲ ਰੋਸਾ ਤਾਂ ਹੈਗਾ ਨਾ, ਕੁਝ ਤਾਂ ਸਾਡੇ ਕੋਲ ਰੱਖਿਆ ਹੋਇਆ। ਨਿਵਾੜਾਪਣ ਇਹ ਹੈ ਵੀ ਉਹ ਮਿਲੇ ਵੀ ਸਾਡਾ ਤੇਰੇ ਨਾਲ ਭਾਈ ਖਾਦਾ ਰੋਸਾ ਹੈ। ਹੁਣ ਇਹਨੂੰ ਥੋੜ੍ਹਾ ਜਿਹਾ ਮੈਂ ਉਲਟਾਉਣ ਲੱਗਿਆ
ਬਾਬਾ ਕਹਿੰਦਾ ਦੱਦਾ ਦੋਸ਼ ਨਾ ਦੇਹੋ ਕਿਸੇ, ਦੋਸ਼ ਕਰਮਾਂ। ਹੁਣ ਤੁਸੀਂ ਕਿਸੇ ਤੇ ਵੀ ਦੋਸ਼ ਲਾਓ। ਅੱਜ ਦੇ ਤੁਸੀਂ ਪੂਰੇ ਫੁੱਲ ਡੇ ਤੁਹਾਨੂੰ ਸਾਰਾ ਦਾ ਧਿਆਨ ਹੀ ਆ ਮੀਡੀਆ ਦੇ ਉੱਤੇ ਬਈ ਜਿਹੜੀ ਇਲੈਕਸ਼ਨ ਸੀਗੀ, ਹੁਣ ਤੁਸੀਂ ਚਾਹੇ ਜਿੰਨਾ ਮਰਜ਼ੀ ਕਹਿ ਲਓ, ਇਹ ਕੋਈ ਜਿਹੜੀ ਨਾ ਡੈਮੋਕ੍ਰੇਸੀ ਸਿਸਟਮ ਹੈ ਬਿਲਕੁਲ ਇਸ ਗੱਲ ਤੇ ਵੀ ਫਾਰ ਦਾ ਪੀਪਲ, ਟੂ ਦਾ ਪੀਪਲ, ਬਾਏ ਦਾ ਪੀਪਲ, ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ, ਇਸ ਲੋਕਤੰਤਰ ਹੀ ਦੇ ਬਦਲੇ। ਹੁਣ ਲੋਕਾਂ ਨੇ ਤਾਂ ਸੁਨੇਹਾ ਦਿੱਤਾ, ਤੁਸੀਂ ਕਿੱਥੇ ਕਮੀ ਕੱਢੋਗੇ? ਤੁਸੀਂ ਕਹਿ ਦਿਓ ਵੀ ਅੱਲਾ ਜੀ ਲੋਕਾਂ ਨੇ ਜੇ ਗਲਤ ਕੀਤਾ, ਤੁਸੀਂ ਕਿਉਂਕਿ ਲੋਕ ਤੁਹਾਨੂੰ ਤਾਂ 20 ਵਾਰੀ ਤੁਹਾਨੂੰ ਵੀ ਸੁਣਿਆ, ਇਹਨੂੰ ਵੀ ਸੁਣਿਆ, ਮੈਂ ਕਿਸੇ ਦੀ ਪੱਖਪਾਤ ਨਹੀਂ ਕਰਦਾ। ਤੁਸੀਂ ਦੋਸ਼ ਨਾ ਦੂਜੇ ਤੇ ਲਾਓ, ਹੁੰਦਾ ਕੀ ਰਿਹਾ, ਦੋਸ਼ ਹੀ ਲੱਗਦੇ ਰਹੇ ਨੇ। ਸਪੋਜ਼ ਕਰੋ, ਮੈਂ ਫਿਰ ਛੋਟੀ ਬੇਨਤੀ ਕਰਦਾ, ਗੱਲ ਸਮਝ ਆ ਜਾਏਗੀ ਇਹ ਨੁਕਤਾ। ਹੁਣ ਤੁਸੀਂ ਕਹੋ ਵੀ ਭਾਈ ਸਾਹਿਬ ਮੇਰੀ ਡਿਊਟੀ ਤਾਂ ਕਥਾ ਦੀ ਹੈ, ਜੇ ਮੈਂ ਇੱਥੇ ਬੈਠ ਕੇ ਕਿਸੇ ਹੋਰ ਦੇ ਦੋਸ਼ ਹੀ ਗਣਾਈ ਜਾਵਾਂ, ਤੁਹਾਨੂੰ ਦੂਜੇ ਦੀਆਂ ਕਮੀਆਂ ਗਣਾਈ ਜਾਵਾਂ, ਤੇ ਵੱਟ ਕੀ ਉਹ ਲਓ ਜੀ ਕੋਈ ਗੱਲ ਆ ਬਸ ਉਹਦੀ ਨਿੰਦਿਆ, ਇਹ ਕੀ ਰੌਂਗ। ਜਿਹੜਾ ਕੰਮ ਹੈ ਗੁਰਮਤਿ ਦਾ ਉਹ ਗੱਲ ਕਰੋ, ਜਿਸ ਵਾਸਤੇ ਤੁਹਾਨੂੰ ਅਪੁਆਇੰਟ ਕੀਤਾ ਜਾਂਦਾ ਹੈ, ਜਿਹੜੀ ਤੁਹਾਨੂੰ ਜਿਸ ਚੀਜ਼ ਕਰਕੇ ਤੁਹਾਨੂੰ ਅਪੁਆਇੰਟ ਕੀਤਾ ਜਾਂਦਾ, ਜਿਸ ਚੀਜ਼ ਤੇ ਤੁਹਾਨੂੰ ਬਿਠਾਇਆ ਹੈ, ਤੇ ਉਹ ਤੁਸੀਂ ਕਰੋ। ਜੇ ਤੁਸੀਂ ਉਹ ਕਰਦੇ ਹੋ ਫਿਰ ਤਾਂ ਤੁਸੀਂ ਰਾਈਟ ਹੋ। ਜੇ ਐਵੇਂ ਇੱਕ ਦੂਜੇ ਤੇ ਆਪਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਮਜ਼ੋਰੀਆਂ ਨੇ, ਲੇਕ ਹੈ, ਉਹ ਦੂਜੇ ਤੇ ਮੜੀ ਜਾ ਰਹੇ ਸੀ, ਨਹੀਂ ਜੀ ਲਓ ਜੀ ਇਹਦੇ ਕਰਕੇ, ਇਹ ਰੋਸ ਤੇ ਦੋਸ਼ ਦੂਜੇ ਤੇ ਆ। ਬਾਬਾ ਕਹਿੰਦਾ ਨਾ, ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮੈਂ ਛੋਟੀ ਜਿਹੀ ਐਗਜ਼ਾਮਪਲ ਕਹਿ ਕੇ ਇਹ ਗੱਲ ਤੋਂ ਬਾਹਰ ਆ ਜਾਣਾ, ਅਗਲੇ ਸ਼ਬਦ 'ਤੇ ਚੱਲਾਂਗੇ। ਉਹ ਕੋਈ ਕਿਸੇ ਬਾਬੇ ਕੋਲ ਚਲਾ ਗਿਆ, ਕਹਿੰਦਾ ਬਾਬਾ ਜੀ ਮੇਰੀ ਇੱਕ ਬੇਨਤੀ ਆ। ਉਹ ਕਹਿੰਦੇ ਕੀ? ਕਹਿੰਦਾ ਜੇ ਮੈਨੂੰ ਅਗਲਾ ਜਨਮ ਮਿਲੇ ਨਾ ਤੇ ਉਹ ਬੰਦੇ ਦਾ ਮਿਲੇ, ਵੀ ਜੇ ਅਗਲਾ ਜਨਮ ਮੈਨੂੰ ਮਿਲੇ ਤੇ ਬੰਦੇ ਦਾ ਮਿਲੇ। ਤੇ ਬਾਬਾ ਕਹਿੰਦਾ ਵੀ ਹੁਣ ਕਿਹੜਾ ਤੂੰ ਗਧਾ ਬਣਿਆ? ਕਹਿੰਦਾ ਹੁਣ ਕਿਹੜਾ ਤੂੰ ਗਧਾ ਬਣਿਆ, ਹੁਣ ਵੀ ਤਾਂ ਬੰਦਾ ਹੀ ਆ, ਜਿਹੜਾ ਫਿਰ ਆ ਕੇ ਕੰਮ ਕਰਨਾ ਹੋਰ ਕਰ ਲੈ। ਤੇ ਜੇ ਤੁਸੀਂ ਅੱਜ ਰੋਸ ਕਰਦੇ ਹੋ, ਇਮੇਜ ਇੰਨੇ ਵਾਰੀ ਤੁਹਾਨੂੰ ਚਾਂਸ ਮਿਲਿਆ, ਫਿਰ ਉਹ ਕੰਮ ਕਿਉਂ ਨਹੀਂ ਕੀਤੇ ਜਿਹੜੇ ਅੱਜ ਤੁਸੀਂ ਕਹਿ ਰਹੇ ਹੋ ਕਰਾਂਗੇ? ਦੈਟ ਮੀਨਸ ਵੀ ਦੋਸ਼ ਹੈ। ਉਹ ਦੇਖੋ ਜੀ ਉਹਨੇ ਇਹ ਕੀਤਾ, ਦੋਸ਼ ਹੈ। ਕਿਸੇ ਤੇ ਦੋਸ਼ ਕਿਉਂ ਦਿੰਦੇ ਹੋ? ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਆ। ਇੱਕ ਗੱਲ ਯਾਦ ਰੱਖਿਆ ਜੇ, ਸਮਾਜ ਦੀ ਜਿਹੜੀ ਇੱਕ ਰੋਹ ਹੁੰਦੀ ਆ, ਇੱਕ ਰਵਾਨਗੀ ਹੁੰਦੀ ਹੈ ਨਾ, ਉਹ ਜਿਹੜੀ ਹੈ ਨਾ ਸਾਡੇ ਅੰਦਰ ਚੱਲਦੀ ਹੈ। ਕਿਸੇ ਵੀ ਥਾਟ ਦੀ ਕਿਸੇ ਪੁਆਇੰਟ ਤੇ ਆ ਕੇ ਉਹਨੇ ਯੂ ਟਰਨ ਲੈ ਹੀ ਲੈਣਾ ਕਿਤੇ ਵੀ, ਕਿਉਂਕਿ ਤੁਹਾਡੀ ਆਸਥਾ ਵੀ ਜੁੜੀ ਹੈ। ਦੇਖੋ ਜਿਹੜਾ ਨਾ ਸਾਡਾ ਸਬਜੈਕਟ ਹੈ ਬਿਲਕੁਲ ਹੀ, ਇਹ ਤਾਂ ਬਿਲਕੁਲ ਹੀ ਦੇਖੋ ਰਿਲੀਜੀਅਸ ਜਿਹੜਾ ਸਾਡਾ ਹੈ, ਸਪਿਰਿਚੁਅਲ ਜਿਹੜਾ ਸਾਡਾ ਵਿਸ਼ਾ ਹੈ, ਇਹ ਤਾਂ ਅਧਿਆਤਮਿਕ ਸ਼ਾਂਤੀ ਦਾ। ਅਤੇ ਜਿਹੜਾ ਪੋਲੀਟਿਕਸ ਆ ਉਹ ਬਿਲਕੁਲ ਆਪੋਜਿਟ ਹੈ। ਪਰ ਹੁੰਦਾ ਕੀ ਸਾਡੇ ਪੋਲੀਟਿਕਸ ਕਾਹਦੇ ਹੁੰਦੀ? ਧਰਮ ਦੇ ਨਾਂ 'ਤੇ ਹੁੰਦੀ ਹੈ ਕਿ ਨਹੀਂ? ਅਤੇ ਧਰਮ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ। ਲਾਸਟ ਟਾਈਮ ਦੇ ਵਿੱਚ ਮੈਂ ਗੱਲ ਨਹੀਂ ਕੀਤੀ, ਕਿਉਂਕਿ ਮੇਰਾ ਅਸੂਲ ਹੈ ਮੈਂ ਕਿਸੇ 'ਤੇ ਕਮੈਂਟ ਨਹੀਂ ਕਰਦਾ, ਪਰ ਮੈਂ ਅੱਜ ਜ਼ਰੂਰ ਕਹਾਂਗੀ ਕੱਲ੍ਹ ਨੂੰ ਕਿ ਕਿਸੇ ਨੇ ਮਤਲਬ ਮੈਂਟੈਲਿਟੀ ਜਿਹੜੀ ਗੱਲ ਕਹਿਣ ਲੱਗਿਆ, ਤੁਸੀਂ ਔਨ ਦਾ ਯੂਟਿਊਬ ਯੂ ਕੈਨ ਚੈੱਕ, ਕਿਸੇ ਨੇ ਕੱਟਾ ਦਾਨ ਕੀਤਾ ਬਾਈ ਮੰਤਰ ਪੜ੍ਹ ਕੇ, ਵਾਏ ਇਲੈਕਸ਼ਨ ਜਿੱਤਾਂਗੇ, ਕੱਟਾ ਦਾਨ। ਇਲੈਕਸ਼ਨਾਂ ਤੋਂ ਕੁਛ ਦਿਨ ਪਹਿਲਾਂ ਹੋਈ ਹੈ ਗੱਲ ਇਹ। ਮਤਲਬ ਆਈ ਕਾਂਟ ਬਿਲੀਵ ਜਿਹੜਾ ਇਨਸਾਨ ਇਸ ਗੱਲ ਤੇ ਖੜਾ ਹੈ ਕਿ ਤੁਸੀਂ ਦੱਸੋ ਵੀ ਉਹ ਕੀ ਕਰੇਗਾ ਡੈਮੋਕ੍ਰੇਸੀ ਦਾ। ਹੇਅਰ ਇਜ਼ ਡੈਮੋਕ੍ਰੇਸੀ ਜਿਹਦੀ ਇਹ ਇਮੇਜ ਹੈ ਜੀ। ਇੱਧਰ ਮਾਫੀ ਚਾਹਾਂਗਾ ਮੈਂ, ਇੱਧਰ ਮੰਤਰ ਪੜ੍ਹੇ ਜਾ ਰਹੇ, ਮੰਤਰ ਪੜ੍ਹੋ ਬੈਠੇ, ਕਿਵੇਂ ਜੀ? ਕਹਿੰਦੇ ਜੀ ਕੱਟੇ ਦਾ ਦਾਨ ਕਰਨਾ ਪਏਗਾ। ਬੇਸ਼ੁਕਰਾ ਉਹਦੀ ਬਲੀ ਨਾ ਦੇਤੀ, ਜਿਹਦੇ ਨਹੀਂ ਸੀ।
ਕਿੱਥੇ ਹੈ ਇਹ ਗੱਲ? ਤੁਹਾਨੂੰ ਕੰਮ ਦਿੱਤਾ ਜਾ ਰਿਹਾ ਹੈ, ਇੱਕ ਵੈਲ ਐਜੂਕੇਟਡ ਦੀ ਗੱਲ ਹੈ, ਸਾਰਾ ਕੁਝ ਸਮਾਜ ਨੂੰ ਸੁਧਾਰਨ ਦੀ ਗੱਲ ਹੈ, ਚੰਗੇ ਚੰਗੇ ਸਰਜਣ ਦੀ ਗੱਲ ਹੈ, ਚੰਗੇ ਤੁਸੀਂ ਸੋਰਸ ਲਿਆਓ, ਚੰਗੇ ਸਮਾਜ ਦੇ ਵਿੱਚ ਚੀਜ਼ਾਂ ਲੈ ਕੇ ਆਓ, ਆਹ ਦੀ ਲੋੜ ਆ। ਜਿਹੜਾ ਧਰਮ ਦੇ ਗੱਲ ਹੈ, ਇਹ ਤਾਂ ਗੁਰਦੁਆਰੇ ਮੰਦਿਰ ਮਸਜਿਦ ਇਹ ਤਾਂ ਉੱਥੇ ਕਰੇ, ਉੱਥੇ ਹੋਣਾ ਚਾਹੀਦਾ। ਇਹਦਾ ਤਾਂ ਹੁਣੇ ਈਵਨ ਤੁਸੀਂ ਜੇਕਰ ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈ ਇਸ ਗੱਲ ਦੀ ਕਹਿੰਦਾ ਹੈ ਵੀ ਸਾਡਾ ਸੰਵਿਧਾਨ ਇਹ ਗੱਲ ਮੰਨਦਾ ਹੈ ਵੀ ਅਸੀਂ ਧਰਮ ਨਿਰਪੇਖ ਹੈ, ਇਹ 'ਚ ਕੋਈ ਧਰਮ ਦੀ ਗੱਲ ਕਿਤੇ ਵੀ ਨਹੀਂ ਹੋ ਸਕਦੀ। ਹੋ ਰਹੀ ਹੈ ਨਾ, ਵੱਡੇ ਲੈਵਲ 'ਤੇ ਹੋ ਰਹੀ ਹੈ। ਹੂਜ਼ ਕੇਅਰ ਦਾ ਹੂਜ਼ ਕੌਨਸਟੀਟਿਊਸ਼ਨ, ਕਿਹੜਾ ਕੌਨਸਟੀਟਿਊਸ਼ਨ ਕੌਣ ਹੈ? ਜਦ ਕਿ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ, ਸੰਵਿਧਾਨ ਦੇ ਵਿੱਚ, ਜਦੋਂ ਮੈਨੂੰ ਯਾਦ ਹੈ ਪੋਲੀਟਿਕਸ ਅਸੀਂ ਪੜ੍ਹਦੇ, ਪੋਲੀਟੀਕਲ ਪੜ੍ਹੀ ਆ ਦੈਟ ਟਾਈਮ, ਉਹ ਇਹ ਗੱਲ ਉਹਦੇ 'ਚ ਪੜ੍ਹਦੇ ਰਹੇ। ਅਨੁਛੇਦ ਦੇ ਵਿੱਚ ਲਿਖਿਆ ਹੋਇਆ ਹੈ, ਸਪੈਸ਼ਲ ਲਿਖਿਆ ਗਿਆ ਵੀ ਧਰਮ ਨਿਰਪੱਖ ਹੈ, ਕੋਈ ਵੀ ਧਰਮ ਦਾ ਥੋਪ ਨਹੀਂ ਸਕਦਾ। ਇਹ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ। ਫਿਰ ਜਿਹੜੇ ਜਿਨ੍ਹਾਂ ਨੂੰ ਅਸੀਂ ਧਰਮ ਦੀ ਪੋਲੀਟੀਕਲ ਦੀ ਡੋਰ ਦੇਣੀ ਹੈ, ਉਹ ਧਰਮ ਦੇ ਆਧਾਰ 'ਤੇ ਇਲੈਕਸ਼ਨਾਂ ਕਰ ਰਹੇ ਨੇ। ਫਿਰ ਕੀ ਹੋਏਗਾ? ਇਹਦਾ ਮਤਲਬ ਦੇਖੋ, ਸਾਡੇ ਪਬਲਿਕ ਦੀ ਜਿਹੜੀ ਹੈ ਨਾ, ਪਬਲਿਕ ਜਿਹੜੀ ਹੈ ਸਾਰੀ ਦੀ ਸਾਰੀ ਇਹ ਆਸਥਾ 'ਚ ਜੁੜੀ ਹੋਈ ਹੈ। ਪਰ ਕਦ ਤੱਕ ਲੋਕਾਂ ਨੇ ਦੇਖਿਆ ਇਹ ਤਾਂ ਉੱਲੂ ਬਣਾਈ ਜਾਂਦੇ ਨੇ। ਮਾਫੀ ਚਾਹਾਂਗਾ ਮੈਂ, ਕੋਈ ਇਸ ਤਰ੍ਹਾਂ ਨਹੀਂ, ਕਿਉਂਕਿ ਕਿਸੇ ਨਾ ਕਿਸੇ ਯੂ ਟਰਨ ਪੈਂਦਾ ਹੈ। ਆਹ ਜਿਹੜਾ ਅੱਜ ਦਾ ਰਿਜ਼ਲਟ ਹੈ, ਯੂ ਕਾਂਟ ਬਿਲੀਵ ਹੈ। ਸਾਰੇ ਹੈਰਾਨ ਹੋਏ ਵੀ ਐ ਕਿਵੇਂ ਹੋ ਗਿਆ ਸਾਰਾ ਕੁਛ ਹੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਸੇ ਦੂਜਿਆਂ 'ਤੇ ਦੋਸ਼ ਲਾਉਂਦੇ ਰਹਿ ਗਏ, ਦੂਜਿਆਂ 'ਤੇ ਰੋਸ ਕਰਦੇ ਰਹਿ ਗਏ, ਵਰਕ ਨਹੀਂ ਕੀਤਾ ਹੈ। ਇਹ ਅਸਲੀਅਤ ਗੱਲ। ਗੁਰੂ ਪਾਤਸ਼ਾਹ ਕਹਿੰਦੇ ਰੋਸ ਨਾ ਕਾਹੂ ਸੰਗ ਕਰੋ। ਕਾਹਨੂੰ ਕਿਸੇ 'ਤੇ ਰੋਸ ਕਰਦੇ ਆ? ਨਿਮਾਣੇ ਬਣ ਕੇ ਚੱਲੋ ਨਾ, ਨੀਵੇਂ ਹੋ ਕੇ ਚੱਲੋ। ਆ ਸਾਡੀ ਜਿਹੜੀ ਸੋਚ ਸੀਗੀ, ਇਹ ਥਿੰਕਿੰਗ ਪ੍ਰੋਸੈਸ ਹੈ। ਹਰ ਬੰਦਾ ਸਕੂਨ ਚਾਹੁੰਦਾ ਹੈ, ਕੋਈ ਵੀ ਆ, ਕੋਈ ਵੀ ਕਿਸੇ ਦਾ। ਭਾਵੇਂ ਮਾਫੀ ਚਾਹਾਂਗਾ, ਦੇਖੋ ਇੱਕ ਗੱਲ ਤਾਂ ਪੱਕੀ ਹੈਗੀ ਆ ਕਿ ਜਿਵੇਂ ਨਾ ਇੱਕ ਮੈਨੂੰ ਨਾਂ ਨਹੀਂ ਯਾਦ ਹੈਗਾ, ਫੋਰਨ ਸਮਥਿੰਗ USA ਦਾ ਕੋਈ ਰਾਈਟਰ ਸੀ, ਉਹਨੇ ਕਿਹਾ ਸੀਗਾ, ਕਹਿੰਦਾ ਵੀ ਉਹਨੇ ਜਦੋਂ ਇਕੱਠ ਕਰਨਾ ਨਾ ਤੇ ਸਮ ਪੀਪਲ ਬਾਏ ਕਰ ਲੈਣੇ। ਕਿਉਂ? ਵੀ ਜਦੋਂ ਮੈਂ ਕੋਈ ਗੱਲ ਕਹਿਣੀ ਆ ਤੁਸੀਂ ਤਾੜੀਆਂ ਮਾਰ ਦੇਣੀਆਂ। ਅਗਰ ਤੁਹਾਡੀ 10 ਦੀ ਕਲੈਪਿੰਗ ਹੋਏਗੀ ਤੇ 10 ਦੀ 20 ਦੀ ਆਪਣੇ ਆਪ ਨਾਲ ਹੋ ਜਾਏਗੀ। ਇਹ ਥਿਊਰੀ ਸੀ। ਪੋਲੀਟਿਕਸ ਇੱਕ ਸਬਜੈਕਟ ਹੈ, ਇੱਕ ਆਧਾਰ ਹੈ। ਪਰ ਹੋਇਆ ਕੀ, ਤੁਹਾਡੀ ਆਸਥਾ ਨਾਲ ਜਦੋਂ ਖੇਡਿਆ ਜਾਣ ਲੱਗ ਜਾਂਦਾ ਨਾ, ਦੈਟਸ ਰੌਂਗ। ਆਹ ਕੀ ਹੈ? ਕਿਸੇ ਮੰਦਿਰ ਦੇ ਵਿੱਚ ਜਾ ਕੇ ਕਿਸੇ ਨੇ ਬੇਅਦਬੀ ਕਰ ਦਿੱਤੀ, ਕਿਸੇ ਗੁਰਦੁਆਰੇ 'ਚ ਜਾ ਕੇ ਬੇਅਦਬੀ ਕਰ ਦਿੱਤੀ, ਕਿਤੇ ਕੁਰਾਨ ਸ਼ਰੀਫ ਦੇ ਅੰਗ ਕਰਾ ਦਿੱਤੇ, ਕਿਤੇ ਗੁਰੂ ਸਾਹਿਬ ਦੀ ਬੇਅਦਬੀਆਂ ਕਰ ਦਿੱਤੀ। ਇਹ ਕੀ ਆ? ਪਬਲਿਕ ਨੂੰ ਖਿੱਚੋ ਵੀ ਨਹੀਂ। ਪਬਲਿਕ ਕਦ ਤੱਕ ਕਿਸੇ ਦਾ ਯਕੀਨ ਕਰੇਗੀ? ਆਖਿਰਕਾਰ ਤਾਂ ਜਾਗ ਹੀ ਬੰਦੇ ਯਾਰ ਵੀ ਇਹ ਥੋੜ੍ਹੀ ਗੱਲ ਹੋ ਸਕਦੀ ਹੈ। ਇਹਦਾ ਤਾਂ ਮਸਲਾ ਹੀ ਨਹੀਂ ਹੈ। ਇਹ ਤਾਂ ਸਬਜੈਕਟ ਹੀ ਬਿਲਕੁਲ ਡਿਫਰੈਂਟ ਹੈ। ਤੁਹਾਡਾ ਕੰਮ ਹੈ, ਤੁਸੀਂ ਜੋ ਤੁਸੀਂ ਮੈਨੂੰ ਦੱਸੋ ਵੀ ਕਿਸੇ ਲੀਡਰ ਨੂੰ ਜੁੜਦਾ ਵੀ ਆਹ ਕੰਮ ਕਰਨਾ ਚਾਹੀਦਾ ਨਹੀਂ। ਕੁਝ ਅਫਵਾਹਾਂ ਬਣਾਈਆਂ ਜਾਂਦੀਆਂ ਨੇ, ਕੁਝ ਇਸ ਤਰ੍ਹਾਂ ਦੇ ਮਾਹੌਲ ਸਿਰਜੇ ਜਾਂਦੇ, ਲੋਕਾਂ ਦਾ ਧਿਆਨ ਇੱਧਰ ਹੋ ਗਿਆ, ਇਸ ਪਾਸੇ ਨੂੰ ਹੋ ਗਿਆ। ਕਿਉਂ? ਅਸੀਂ ਤਾਂ ਆਸਥਾ ਨਾਲ ਜੁੜੇ ਹੋਏ ਹਾਂ। ਪਰ ਤੁਸੀਂ ਦੇਖੋ ਵੀ ਕਿਹੜਾ ਧਰਮ ਕਹਿੰਦਾ ਵੀ ਬੰਦੇ ਦੀ, ਇਨਸਾਨੀਅਤ ਦੀ, ਮਨੁੱਖਤਾ ਦੀ ਭਲੇ ਦੀ ਗੱਲ ਸਾਰੇ ਧਰਮ ਕਰਦੇ ਨੇ। ਫਿਰ ਤੇ ਮਨੁੱਖਤਾ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਮਨੁੱਖਤਾ ਦੀ, ਹਿਊਮੈਨਿਟੀ ਦੀ ਗੱਲ ਕਰੋ, ਤੁਸੀਂ ਯੂਨਿਟੀ ਦੀ ਗੱਲ ਕਰੋ। ਸਮਾਜ ਦੀ ਇਹ ਗੱਲ ਹੋਣੀ ਚਾਹੀਦੀ ਆ, ਇਹ ਹੋਣਾ ਚਾਹੀਦਾ। ਹੁਣ ਤੁਸੀਂ ਮੇਰੇ ਕਰੋ, ਮੈਨੂੰ ਤਾਂ ਫਿਰ ਹਾਸਾ ਆਉਂਦਾ ਵੀ ਬੰਦਿਆ, ਜੇ ਤੂੰ ਕੱਟੇ ਦਾਨ ਕਰਕੇ ਤੂੰ ਪੋਲੀਟਿਕਸ ਦੇ ਵਿੱਚ ਚਾਹੁੰਦਾ ਹੈ, ਰਾਜ ਦੀ ਗੱਲ ਕਹਿੰਦਾ ਹੈ, ਉਹ ਕਿਸ ਤਰ੍ਹਾਂ ਕਰ ਸਕਦਾ ਰਾਜ? ਇਹ ਅੰਧ ਵਿਸ਼ਵਾਸ। ਮੈਂ ਇਹ ਨਹੀਂ ਕਹਿੰਦਾ ਗਾ, ਦੇਖੋ ਕਿਸੇ ਦੀ ਕੈਸੀ ਸਰਦਾ, ਕੋਈ ਕਿਸੇ ਦੀ ਕਿਸੇ ਸਰਦਾ ਹੈ। ਸੱਚ ਕੀ ਹੈ? ਸੱਚ ਇਹ ਹੈ ਕਿ ਜੋ ਤੈਨੂੰ ਕਰਮ ਮਿਲਿਆ ਤੂੰ ਵਧੀਆ ਸਮਾਜ ਨਾਲ ਨਿਭਾ, ਤੇ ਲੋਕ ਤੈਨੂੰ ਆਪੇ ਕਹਿਣਗੇ ਦੱਸੋ। ਬਸ ਆਹ ਹੈ ਲੋਕਾਂ ਦੇ ਰਾਜ ਦਾ ਮਤਲਬ ਹੀ ਦਿਲਾਂ 'ਤੇ ਰਾਜ ਹੁੰਦਾ ਹੈ। ਰਾਜ ਦਾ ਮਤਲਬ ਹੀ ਇਹ ਹੁੰਦਾ ਗਾ। ਰਾਜ ਤਾਂ ਬੜਿਆਂ ਨੇ ਕੀਤਾ, ਹਿਟਲਰ ਵਰਗੇ ਵੀ ਲੋਕਾਂ ਦੇ ਕਰ ਗਏ। ਉਹ ਰਾਜ ਨਹੀਂ ਨਾ। ਲੋਕਾਂ ਨੇ ਜਦੋਂ ਹਿਟਲਰ ਮਰਿਆ ਹੋਊ, ਕਿੰਨਿਆਂ ਨੇ ਦੀਵੇ ਜਗਾਉਣ ਨੂੰ ਚੰਗਾ ਹੋਇਆ, ਮਰ ਗਿਆ, ਤੜਫਾਇਆ ਹੀ ਹੈ ਨਾ ਲੋਕਾਂ ਨੂੰ। ਡਰ ਪਿੱਛੇ ਰਾਜ ਨਹੀਂ ਹੁੰਦਾ, ਅਸਲ ਵਿੱਚ ਰਾਜ ਦਿਲ 'ਤੇ ਹੀ ਰਾਜ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਦੂਜਾ ਰੋਸ ਨਾ ਕਾਹੂ ਸੰਗ ਕਰੋ, ਕਿਸੇ ਤੇ ਰੋਸ ਨਾ ਕਰ। ਐਵੇਂ ਦੂਜੇ ਤੇ ਜੇ ਰੋਸ ਕਰੇਗਾ ਤਾਂ ਆਪਦੇ ਅੰਦਰ ਧਿਆਨ ਮਾਰ। ਮੈਂ ਫਿਰ ਉਹੀ ਬੇਨਤੀ ਕਰਦਾ, ਕਬੀਰ ਸਾਹਿਬ ਜੀ ਕਹਿੰਦੇ ਇਹ ਮਰਨਾ ਹੁੰਦਾ। ਮਰਨਾ ਕਿ ਆਪਣੇ ਮਾਈਂਡ ਦੇ ਈਗੋ ਦਾ ਮਰਨਾ। ਇਹ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ। ਸਾਰਿਆਂ ਦੀ ਰੇਣੁਕਾ ਬਣ ਜਾ, ਲੋਕਾਂ ਦੇ ਪੈਰਾਂ ਦੀ ਧੂੜ ਬਣ ਜਾ। ਅਸਲੀਅਤ ਐਸੀ ਆ।
ਅੱਜ ਜਿਹੜੀ ਸਥਿਤੀ ਹੈ ਆਪਦੀ ਈਗੋ ਦੀ ਸੀਗੀ। ਮੈਂ ਤਾਂ ਹੈਰਾਨ ਹੋਇਆ ਵੀ ਬੜੇ ਜਿਹੜੇ ਖੁੰਡ ਕਹਿੰਦੇ ਸੀ ਵੀ ਸਾਨੂੰ ਤਾਂ ਹੁੰਦਾ ਨਹੀਂ, ਸਭ ਕੁਝ ਹੋ ਗਿਆ ਬਸ ਹੋਇਆ, ਕਿੱਥੇ ਕੀਤਾ? ਇਹਦਾ ਮਤਲਬ ਫੈਸਲਾ ਕਿਸੇ ਨੇ, ਮੈਂ ਤਾਂ ਇਕੱਲੇ ਨੇ ਕੀਤਾ ਨਹੀਂ ਜਾਂ ਤੁਸੀਂ ਇਕੱਲੇ ਨੇ ਕੀਤਾ, ਪਬਲਿਕ ਨੇ ਕੀਤਾ ਨਾ। ਇਹਦਾ ਮਤਲਬ ਕਿ ਇਹ ਲੋਕ ਚਾਹੁੰਦੇ ਸੀ ਵੀ ਨਹੀਂ ਯੂ ਆਰ ਰੌਂਗ, ਬਸ ਬਹੁਤ ਹੋ ਗਿਆ। ਹਰ ਚੀਜ਼ ਦਾ ਇੱਕ ਟਰਨ ਹੁੰਦਾ ਹੈ ਔਰ ਉਹ ਆਪਣੇ ਆਪ ਜਾ ਕੇ ਪੈ ਜਾਂਦਾ। ਬਾਬਾ ਜੀ ਕਹਿੰਦੇ ਜੇ ਕਿਤੇ ਨਿਮਾਣਾ ਬਣ ਕੇ ਰਹਿ ਜਾਂਦੇ ਕਿਆ ਹੋ ਜਾਂਦਾ। ਸਾਡੇ ਸਮਾਜ ਦੇ ਵਿੱਚ ਦੇਖੋ ਅੱਜ ਲੋੜ ਹੈ, ਇਹ ਫੈਸਿਲਿਟੀਜ਼ ਦੀ ਲੋੜ ਸੀ, ਚਾਹੇ ਹੈਲਥ ਪੱਖੋਂ ਸੀ, ਚਾਹੇ ਵੈਲਥ ਪੱਖੋਂ ਸੀ, ਚਾਹੇ ਰੁਜ਼ਗਾਰ ਪੱਖੋਂ ਸੀ, ਇਹ ਸਮਾਜ ਹੋਣਾ ਚਾਹੀਦਾ ਸੀਗਾ। ਹੁਣ ਦੇਖੋ ਯੂਕਰੇਨ ਦੇ ਵਿੱਚ ਸਾਡੇ ਜਿਹੜੇ ਬੱਚੇ ਗਏ ਹੋਏ ਨੇ ਫੋਰਨ ਦੇ ਵਿੱਚ, ਉਹ ਉੱਥੇ ਸਟੱਡੀਆਂ ਕਰ ਰਹੇ ਨੇ ਬੱਚੇ, ਤੇ ਜਿਹੜੇ ਇੱਥੇ ਸਾਡਾ ਕੁਛ ਸਾਧਨ ਹੀ ਨਹੀਂ ਕੋਈ ਹੈਗਾ। ਬੱਚਾ ਕਿਉਂ ਭੱਜਦਾ ਬਾਹਰ ਨੂੰ, ਕਿਉਂ ਮਾਪੇ ਤੋਂ, ਕੀ ਲੋੜ ਹੈ ਇਹਨਾਂ ਨੂੰ? ਐਡੀ ਦੂਰ ਬੱਚੇ ਬੈਠੇ ਨੇ, ਆਪਦੇ ਦੇਸ਼ 'ਚ ਆਪਦੇ ਰਹਿਣ। ਕਾਰਨ ਕੀ? ਇਹਨਾਂ ਕੋਲ ਸੋਰਸ ਕੋਈ ਨਹੀਂ ਹੈਗਾ। ਜੇ ਮਿਲ ਵੀ ਜਾਂਦਾ ਉੱਥੇ ਵੀ ਲੁੱਟ ਖਸੁੱਟ ਹੋ ਰਹੀ ਹੈ। ਸੋ ਇਹਦਾ ਕੀ ਆ, ਨਿਮਾਣਾਪਣ ਨਹੀਂ ਹੈਗਾ। ਦੋ ਚੀਜ਼ਾਂ ਕਿਸੇ ਵਿਦਵਾਨ ਨੇ ਕਿਹਾ, ਦੋ ਚੀਜ਼ਾਂ ਜਿਵੇਂ ਨਾ ਵੀ ਤਨ ਦੀ ਖੁਰਾਕ ਚਾਹੀਦੀ, ਭੋਜਨ ਚਾਹੀਦਾ, ਜ਼ਰੂਰੀ ਆ। ਅਸੀਂ ਐਸੇ ਇਕੱਠੇ ਹੋਏ, ਜੋ ਭੋਜਨ ਇਕੱਠਾ ਕਰਨ ਲੱਗੇ, ਇੰਨਾ ਅੰਬਾਰ ਹੀ ਇਕੱਠੇ ਕਰ ਲਏ ਭੋਜਨ ਦੇ, ਸਭ ਕੁਝ ਇਕੱਠਾ ਕਰ ਲਿਆ, ਇੰਨਾ ਪੈਸਾ। ਰੋਟੀ ਆਮ ਕਰਕੇ ਕਹਿੰਦੇ ਜੀ 2 ਰੋਟੀਆਂ ਦੀ ਗੱਲ ਹੈ, ਤੇ 2 ਰੋਟੀਆਂ ਜੇ ਬੰਦਾ 2 ਰੋਟੀਆਂ ਨੂੰ ਗਿਣਤੀ ਕਰਕੇ ਦੇਖ ਲਓ ਵੀ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਬਣਦੀਆਂ ਨੇ। ਤੇ ਚਲੋ ਜੇ 2 ਰੋਟੀਆਂ ਚਾਹੀਦੀਆਂ ਨੇ, ਉਦੋਂ ਤੁਸੀਂ ਕਨਵਰਟ ਕਰਕੇ ਬੱਚਿਆਂ ਦੀਆਂ, ਪਰਿਵਾਰ ਦੀਆਂ, ਸਾਰੇ ਕਰਕੇ ਇੰਨਾ ਕੁ ਪੈਸਾ ਬਹੁਤ ਆ। ਪਰ ਫਿਰ ਵੀ ਚੱਲਿਆ। ਕਿੰਨੀਆਂ ਕੁ ਰੋਟੀਆਂ ਇਕੱਠੀਆਂ ਕਰੀਆਂ? ਉਹ ਤਾਂ ਕਰ ਲੀਆਂ, ਉਹ ਤਾਂ ਰੋਟੀਆਂ ਦੀ ਇੰਨੀ ਕੁ ਇਕੱਠੀਆਂ ਕਰ ਲਈਆਂ ਕਿ ਭੁੱਖ ਵੱਧਦੀ ਗਈ। ਤੇ ਜਿਹੜਾ ਮਨ ਸੀ, ਮਨ ਵਾਲੀ ਰੋਟੀ, ਉਹ ਭਜਨ ਸੀ, ਰੱਬ ਦੇ ਸਾਰੋਕਾਰ ਸੀ, ਰੱਬ ਦੇ ਗੁਣ ਸੀ, ਰੱਬ ਦੇ ਦਿੱਤੇ ਉਪਦੇਸ਼ ਸੀ, ਕੋਈ ਚੰਗੇ ਭਲਾਈ ਦੇ ਕੰਮ ਸੀ। ਉਹ ਜਿਹੜੀ ਰੂਹ ਦੀ ਖੁਰਾਕ ਸੀ ਉਹ ਲਈ ਹੋਈ ਨਹੀਂ। ਹੋਇਆ ਕਿ ਉਧਰੋਂ ਸੁੱਕੇ ਹੀ ਰਹਿ ਗਏ ਸਾਰਾ ਕੁਝ। ਫਿਰ ਉਹਦੇ ਵਿੱਚੋਂ ਕੀ ਪੈਦਾ ਹੋਇਆ? ਅਹੰਕਾਰ ਪੈਦਾ ਹੋਇਆ, ਕ੍ਰੋਧ ਪੈਦਾ ਹੋਇਆ। ਇਹ ਕ੍ਰੋਧ ਦੀ ਗੱਲ ਕਰਦੇ, ਰੋਸ ਹੁੰਦਾ ਏ। ਰੋਸ ਤੇ ਦੋਸ਼ ਇਕੱਠੇ ਹੋ ਜਾਂਦੇ ਨੇ। ਬਾਬਾ ਜੀ ਕਹਿੰਦੇ ਰੋਸ ਨਾ ਕਾਹੂ ਸੰਗ ਕਰੋ, ਕਿਸੇ ਨਾਲ ਰੋਸ ਨਾ ਕਰੋ। ਜੇ ਕਰਨਾ ਉਦੋਂ ਪਹਿਲਾਂ ਆਪਣ ਆਪ ਵਿਚਾਰ, ਤੂੰ ਆਪਣੇ ਆਪੇ ਦੀ ਵਿਚਾਰ ਕਰ ਕਿਤੇ ਵੀ। ਹੁਣ ਦੂਜੇ ਪੱਖ ਹੋਰ ਕਰ, ਜੇ ਰੋਸ ਕਰਾਂਗੇ ਵੀ, ਗੁੱਸਾ ਕਿਸੇ ਤੇ ਕਰਦੇ ਵੀ ਹੈ, ਨੁਕਸਾਨ ਪਤਾ ਕਿਹਦਾ ਹੁੰਦਾ, ਕਿਹਦਾ ਹੋਏਗਾ? ਮੈਂ ਕਿਹਾ ਸੀ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਈ। ਹੰਡਾਉਣਾ ਮਤਲਬ ਮਨ ਤੇ ਨਾ ਹੰਡਾਈ, ਮਨ ਤੇ ਲੈ ਕੇ ਨਾ ਹੀ ਗੁੱਸਾ। ਇਹ ਗੱਲ ਮਨ ਤੇ ਨਾ ਲਾਈ, ਕਿਉਂ? ਜੇ ਮਨ ਤੇ ਲੱਗੀ ਫਿਰ ਕੀ ਹੋਏਗਾ? ਰੋਗ ਲੱਗ ਜਾਣਾ। ਦੇਹੀ ਰੋਗ ਨਾ ਲੱਗੇ, ਨਹੀਂ ਤਾਂ ਰੋਗ ਨਹੀਂ ਲੱਗਣਾ ਤੈਨੂੰ। ਜੇ ਨਾ ਹੰਡਾਇਆ ਤਾਂ ਰੋਗ ਨਹੀਂ ਲੱਗਣਾ, ਜੇ ਹੰਡਾ ਲਿਆ ਫਿਰ ਸਮਝ ਲਈ ਤੇਰੇ ਪੱਲੇ ਕੱਖ ਨਹੀਂ ਰਹਿਣਾ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿਤੇ ਤੂੰ ਨਿਮਾਣਾ ਬਣ ਕੇ ਰਹਿ, ਨੀਵਾਂ ਬਣ ਕੇ ਰਹਿ, ਰੋਸ ਨਾ ਕਰੀ, ਗੁੱਸਾ ਨਾ ਕਰੀ। ਇਹ ਤਾਂ ਵੈਸੇ ਇੱਕ ਹੋਰ ਐਗਜ਼ਾਮਪਲ ਹੈ। ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਨਾ ਕਿ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਲ ਹੈ। ਕਾਮ ਕ੍ਰੋਧ ਕਾਇਆ ਕੋ ਗਲ ਹੈ, ਗਾਲ ਦਿੰਦੇ ਨੇ। ਜੋ ਕੰਚਨ ਸੁਹਾਗਾ ਢਾਲੇ। ਕੰਚਨ ਕੈਸਾ ਹੁੰਦਾ ਹੈ, ਪਰ ਜਦੋਂ ਤੇ ਸੁਹਾਗਾ ਪੈ ਜਾਣਾ ਨੂੰ ਐ ਇਕੱਠਾ ਕਰ ਦਿੰਦਾ, ਢਲ ਜਾਂਦਾ ਉਹ। ਬਸ ਇਸੇ ਤਰ੍ਹਾਂ ਹੀ ਸੀ ਕਹਿੰਦੇ, ਇਹ ਕਾਮ ਤੇ ਕ੍ਰੋਧ ਬੰਦੇ ਦੀ ਕਾਇਆ ਨੂੰ ਕਮਜ਼ੋਰ ਕਰ ਦਿੰਦੇ ਨੇ, ਗਾਲ ਦਿੰਦੇ, ਖਤਮ ਕਰ ਦਿੰਦੇ ਨੇ। ਇਸ ਲਹਿਜੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਕਿਤੇ ਤੈਨੂੰ ਕਿਤੇ ਜੀਵਣਾ ਆ ਜੇ। ਸਾਨੂੰ ਤਾਂ ਰੋਜ਼ ਕਿਹਾ, ਰੋਜ਼ ਪੜ੍ਹਦੇ ਤੁਸੀਂ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਮਹਾਰਾਜ ਕਹਿੰਦੇ ਇਹ ਜਿਹੜਾ ਕਾਮ ਕ੍ਰੋਧ ਨਗਰ, ਆਹ ਨਗਰ ਆ ਸਾਡਾ ਸਰੀਰ, ਬਹੁਤ ਭਰਿਆ, ਬੜਾ ਭਰਿਆ ਹੀ ਰਹਿੰਦਾ ਹੈ। ਕਾਹਦੇ ਨਾਲ? ਕਾਮ ਕ੍ਰੋਧ ਨਾਲ। ਜੇ ਇਹਦਾ ਖੰਡਲ ਕਰਨਾ ਹੈ, ਇਹਨੂੰ ਤੋੜਨਾ, ਇਹਦੇ ਟੋਟੇ ਕਰਨੇ, ਇਹਦਾ ਨਾਸ਼ ਕਰਨਾ ਹੈ ਨਾ, ਤਾਂ ਮਿਲ ਸਾਧੂ, ਸਾਧੂ ਨੂੰ ਮਿਲ। ਸਾਧੂ ਮਤਲਬ ਗੁਰੂ ਨੂੰ ਮਿਲ। ਮਿਲ ਸਾਧੂ ਖੰਡਲ ਖੰਡਾ, ਫਿਰ ਜਾ ਕੇ ਹੋ ਗਿਆ ਨਾ। ਤੇ ਜੇ ਕਿਤੇ ਕ੍ਰੋਧ ਹੈ, ਈਰਖਾ ਹੈ, ਹਉਮੈ ਹੈ, ਜਿਹੜੀ ਅੰਦਰ ਪਈ ਹੈ, ਇਹ ਬੰਦੇ ਨੂੰ ਸਟੈਪ ਵੀ ਨਹੀਂ ਤੁਰਨ ਦਿੰਦੀ। ਅੱਗੇ ਜਾ ਕੇ ਪੜ੍ਹਦੇ ਨਾ, ਜਿਉਂ ਜਿਉਂ ਚੱਲੈ, ਜਿਉਂ ਜਿਉਂ ਬੋਲੋ, ਜਿਉਂ ਜਿਉਂ ਚੱਲੈ। ਜਦੋਂ ਤੂੰ ਚੱਲੇਗਾ ਨਾ, ਇਹ ਕੀ ਹੁੰਦਾ ਗਾ? ਚੁਭੇ, ਤੇਰੇ ਚੁਭਦਾ ਹੈ। ਜਿਵੇਂ ਆਪਾਂ ਪੈਰ ਧਰਦੇ ਆ ਨਾ, ਕੋਈ ਚੀਜ਼ ਪੈਰ 'ਚ ਚੁਭਦੀ ਹੈ, ਤੇ ਫਿਰ ਜਿਹੜੀ ਚੀਜ਼ ਪੈਰ 'ਚ ਚੁਭਦੀ ਉਹ ਫਿਰ ਤੁਰ ਸਕਦੇ ਆਪਾਂ। ਜਿਹੜਾ ਕਾਮ ਤੇ ਕ੍ਰੋਧ ਦਾ ਕੰਡਾ ਹੈ ਨਾ ਅੰਦਰ, ਹਉਮੈ ਦਾ ਕੰਡਾ ਜਿਹੜਾ,
ਇਹ ਹਉਮੈ ਦਾ ਕੰਡਾ ਇਹੋ ਜਿਹਾ ਲੱਗਿਆ ਹੋਇਆ ਵਾ, ਜਦੋਂ ਚੱਲਣ ਲੱਗਦਾ ਨਾ ਤੇ ਚੁੱਭਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਜਿਉਂ ਜਿਉਂ ਚੱਲੇ ਚੁਭੈ, ਫਿਰ ਚੁਭਦਾ ਹੈ। ਦੁੱਖ ਪਾਵੇ, ਫਿਰ ਦੁਖੀ ਵੀ ਹੁੰਦਾ ਹੈ। ਜਮਕਾਲ ਸਹਿ ਸਿਰ ਡੰਡਾ, ਇਹ ਮਾਰ ਹੈ, ਵਿਕਾਰਾਂ ਦੀ ਮਾਰ ਹੈ। ਇਹ ਹਉਮੈ ਦਾ ਕੰਡਾ ਇਹੋ ਜਿਹਾ ਜਦੋਂ ਫਸ ਜਾਂਦਾ ਹੈ ਨਾ ਕੰਡਾ, ਫਿਰ ਜਦੋਂ ਚੁੱਭਦਾ ਵੀ ਹੈ। ਇਹ ਚੁੱਭਦਾ ਕੀ ਹੈ? ਇਹ ਇੱਥੋਂ ਹੀ ਰੋਸ ਪ੍ਰਗਟ ਹੁੰਦਾ, ਇੱਥੋਂ ਕ੍ਰੋਧ ਪ੍ਰਗਟ ਹੁੰਦਾ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਜਿਹੜਾ ਹੈ ਇਹ ਸਾਡੇ ਨਾਸ਼ ਕਰ ਦਿੰਦਾ, ਬੰਦੇ ਦੀ ਬੁੱਧੀ ਭ੍ਰਿਸ਼ਟ। ਆਮ ਕਰਕੇ ਅਸੀਂ ਕਹਿੰਦੇ ਜੀ ਦੇਖੋ ਕਿੰਨਾ ਗੁੱਸਾ ਹੈ, ਗੁੱਸੇ 'ਚ ਤਾਂ ਬੰਦਾ ਅੰਧਾ ਹੋ ਜਾਂਦਾ। ਦੈਟ ਮੀਨਸ ਹੀ ਕਾਂਟ ਸੀ, ਉਹ ਦੇਖ ਹੀ ਨਹੀਂ ਸਕਦਾ ਵੀ ਕੀ ਹੋ ਰਿਹਾ ਹੈ। ਬਾਅਦ 'ਚ ਪਤਾ ਲੱਗਦਾ ਜੀ ਬਸ ਗੁੱਸੇ 'ਚ ਮਾਰਿਆ ਗਿਆ, ਮੈਨੂੰ ਕੀ ਪਤਾ ਸੀ ਇਹਨੇ ਮਰੀ ਜਾਣਾ। ਐਵੇਂ ਹੀ ਹੁੰਦਾ ਨਾ, ਗੁੱਸੇ 'ਚ ਕਹਿਤਾ ਜੀ ਹੁਣ ਮੈਂ ਕੀ ਕਰਾਂ, ਕਿਹਾ ਗਿਆ ਬਈ ਜਿਹੜਾ ਕੁਛ ਗੁੱਸੇ 'ਚ ਕਿਹਾ ਤੇ ਗੁੱਸੇ ਨੇ ਮਾਰਤੀ ਨਾ ਮੱਤ। ਫਿਰ ਕ੍ਰੋਧ ਮੱਤ ਮਾਰ ਦਿੰਦਾ ਹੈ। ਇਹ ਮੱਤ ਦੇ ਵਿੱਚ ਹੀ ਕੰਡਾ ਲੱਗਿਆ ਹੁੰਦਾ ਇਹ। ਬਸ ਗੁਰੂ ਪਾਤਸ਼ਾਹ ਕਹਿੰਦੇ ਤੇ ਬਚੋ, ਜਦੋਂ ਕਿਤੇ ਰੋਸ ਆਉਣ ਲੱਗੇ, ਜਦੋਂ ਕਿਤੇ ਕ੍ਰੋਧ ਆਉਣ ਲੱਗੇ ਤੇ ਕੀ ਕਰਨਾ ਚਾਹੀਦਾ? ਆਪਣੇ ਆਪੇ ਦੀ ਵਿਚਾਰ ਕਰਨਾ, ਮੈਂ ਤੋਂ ਬਚਣਾ ਹੈ। ਕਿਉਂ ਬਈ? ਨੁਕਸਾਨ ਕਿਹਦਾ ਹੋਏਗਾ? ਬੋਲੋ ਕਿਹਦਾ ਹੋਏਗਾ? ਜਿਹਨੂੰ ਗੁੱਸਾ ਆਏਗਾ ਉਸੇ ਨੂੰ ਹੋਏਗਾ ਨਾ। ਤੂੰ ਕਰੀ ਜਾ ਭਾਈ ਗੁੱਸਾ ਦੇਣਾ। ਆਹ ਹੈ ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਪੈਂਦੀ ਭਾਈ ਇਹ ਚੀਜ਼ਾਂ ਤਾਂ ਜਿਹੜੇ ਸਾਰੇ ਨੁਕਸਾਨ ਕਰਦੇ। ਕਿਸੇ ਨੂੰ ਕ੍ਰੋਧ ਆਉਂਦਾ, ਕਿਸੇ ਨਾਲ ਈਰਖਾ ਕਰਦੇ ਆ, ਕਿਸੇ ਦਾ ਲੋਭ ਹੈ, ਇਹ ਸਾਰੀਆਂ ਜਿੰਨੀਆਂ ਵੀ ਵਿਕਾਰ ਈਵਲਸ ਨੇ ਇਹਦੇ ਨਾਲ ਨੁਕਸਾਨ ਸਾਨੂੰ ਹੁੰਦਾ ਜਿਹਦੇ ਅੰਦਰ ਆਉਂਦੇ ਨੇ। ਦੂਜੇ ਜਿਹਨੂੰ ਆਏ ਹੀ ਨਹੀਂ, ਗੁੱਸਾ ਆਏ ਨਹੀਂ। ਮੈਂ ਕਈ ਵਾਰੀ ਐਗਜ਼ਾਮਪਲ ਦਿੱਤੇ ਵੀ ਗੁਰੂ ਮਹਾਰਾਜ ਜੀ ਦਰਬਾਰ ਸਾਹਿਬ ਨੂੰ ਆ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਜੀ, ਤੇ ਪ੍ਰਿਥੀ ਚੰਦ ਦੀ ਘਰ ਵਾਲੀ ਨੇ ਉੱਪਰੋਂ ਕੂੜਾ ਪਾ ਦਿੱਤਾ। ਸਤਿਗੁਰਾਂ ਦੇ ਕੱਪੜੇ ਗੰਦੇ ਹੋ ਗਏ ਤੇ ਸਤਿਗੁਰੂ ਜੀ ਉੱਥੇ ਹੀ ਵਾਪਸ ਮੁੜ ਗਏ। ਜਾ ਕੇ ਫਿਰ ਇਸ਼ਨਾਨ ਪਾਣੀ ਕੀਤਾ, ਸਾਰੇ ਕੱਪੜੇ ਉਤਾਰੇ, ਦੂਸਰੇ ਪਾ ਕੇ, ਚੋਲਾ ਪਾ ਕੇ ਫਿਰ ਆ। ਤੇ ਸਿੱਖ ਕਹਿੰਦੇ ਮਹਾਰਾਜ ਤੁਸੀਂ ਇਹਨਾਂ ਨੂੰ ਕੁਛ ਤਾਂ ਕਹੋ। ਉਹਨਾਂ ਨੂੰ ਗੁੱਸਾ ਆ ਰਿਹਾ ਗਾ, ਉਹਨਾਂ ਨੂੰ ਗੁੱਸਾ ਆ ਰਿਹਾ ਗਾ, ਪਰ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਕੀ ਕਹਿਣਾ? ਇਹਨਾਂ ਕੋਲ ਵਿਚਾਰੇ ਕੋਲ ਹੈ ਹੀ ਇਹ ਚੀਜ਼ ਹੈ, ਜਿਹਦੇ ਕੋਲ ਜਿਹੜੀ ਚੀਜ਼ ਹੁੰਦੀ ਹੈ ਦੂਜੇ ਨੂੰ ਉਹੀ ਦਿੰਦਾ ਹੈ। ਤੇ ਤੁਹਾਡੇ ਕੋਲ ਕੀ ਹੈ ਮਹਾਰਾਜ? ਉਹਨਾਂ ਕੋਲ ਪ੍ਰੇਮ ਹੈ, ਨਿਮਰਤਾ ਹੈ। ਇੱਕ ਗੱਲ ਹੋਰ, ਦੂਜੀ ਗੱਲ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਜੋ ਤਤੀ ਤਵੀ 'ਤੇ ਬਿਠਾਇਆ ਨਾ, ਤੇ ਤੁਸੀਂ ਦੇਖੋ ਵੀ ਪਹਿਲਾਂ ਪਾਣੀ 'ਚ ਬੋਇਲਡ ਕੀਤਾ ਗਿਆ, ਉਬਾਲੇ ਦੇ, ਫਿਰ ਉਹਨਾਂ ਨੂੰ ਤਵੀ 'ਤੇ ਬਿਠਾਇਆ। ਤਵੀ 'ਤੇ ਬਿਠਾਇਆ ਮੀਨਜ਼ ਆਪਦੇ ਆਪ ਇਸ ਤਰ੍ਹਾਂ ਅਸੀਂ ਤਾਂ ਪਿਕਚਰਾਂ ਦੇਖਦੇ ਹਾਂ ਨਾ, ਕਿਉਂਕਿ ਜਿਹੜਾ ਬੰਦੇ ਨੂੰ ਤੁਸੀਂ ਪਾਣੀ ਵਿੱਚ ਆਲੂ ਵਾਂਗੂ ਉਬਾਲ ਦਿਓ ਨਾ, ਫਿਰ ਉਹ ਕਿਤੇ ਤੁਰਨ ਜੋਗਾ ਥੋੜ੍ਹੀ ਰਹਿੰਦਾ ਸਰੀਰ। ਗੁਰੂ ਪਾਤਸ਼ਾਹ ਨੂੰ ਪਹਿਲਾਂ ਉਬਾਲੇ ਦਿੱਤੇ ਪਾਣੀ 'ਚ, ਉਬਾਲੇ ਦੇ ਕੇ ਫਿਰ ਬਾਹਾਂ ਤੋਂ ਫੜ ਕੇ ਨਾ ਬਾਹਰ ਇਸ ਤਰ੍ਹਾਂ ਕੱਢ ਲਿਆ, ਐ ਸਰੀਰ ਨੇ ਢਾਲ ਹੋ ਕੇ ਕੰਧ ਨਾਲ ਲੱਗ ਗਏ ਸੀ। ਫਿਰ ਤਵੀ ਐਨ ਗਰਮ ਕੀਤੀ, ਫਿਰ ਤਵੀ ਦੇ ਉੱਤੇ ਚੱਕ ਕੇ ਬਿਠਾਇਆ। ਤੇ ਹਾਲਤ ਕਿਹੋ ਜਿਹੀ ਹੋਈ ਸੀ? ਗੁਰੂ ਪਾਤਸ਼ਾਹ ਉੱਥੇ ਵੀ ਬੈਠੇ ਨੇ ਚੌਂਕੜਾ ਮਾਰੀ। ਤੇ ਜਦੋਂ ਇਹ ਹਾਲਤ ਵੇਖੀ ਨਾ, ਜਿਹੜੇ ਉਸ ਵਕਤ ਦੇ ਆਲੇ ਦੁਆਲੇ ਖੜੇ ਸੀ ਗੁਰੂ ਕੇ ਸਿੱਖ, ਇੱਥੋਂ ਤੱਕ ਸਭ ਨੂੰ ਗੁੱਸਾ ਆਇਆ, ਬੜਾ ਆਇਆ। ਚਲੋ ਆਉਣਾ ਆਪਾਂ ਕਹਿ ਸਕਦੇ ਆ ਸਕਦਾ। ਤੇ ਸਾਈਂ ਮੀਆਂ ਮੀਰ ਜੀ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੂੰ ਵੀ ਆ ਗਿਆ। ਜਦੋਂ ਉਹਨਾਂ ਨੂੰ ਗੁੱਸਾ ਆਇਆ ਨਾ, ਮੈਂ ਜਿਹੜੀ ਗੱਲ ਕਹਿਣ ਲੱਗੇ, ਉਹਨਾਂ ਨੂੰ ਗੁੱਸਾ ਆਇਆ ਤੇ ਗੁਰੂ ਅਰਜਨ ਪਾਤਸ਼ਾਹ ਹੱਸ ਪਏ। ਉਹ ਹੈਰਾਨ ਵੀ ਤਤੀ ਤਵੀ ਤੇ ਬੈਠੇ। ਮਹਾਰਾਜ ਕਹਿੰਦੇ ਸਾਈਂ ਜੀ ਮੰਨਿਆ ਸਰਕਾਰ ਤੱਤੀ ਹੈ, ਅੱਗ ਤੱਤੀ ਹੈ, ਜੇਠ ਦਾ ਮਹੀਨਾ ਤੱਤਾ ਹੈ, ਤਵੀ ਵੀ ਤੱਤੀ ਹੈ, ਚੰਦੂ ਵੀ ਤੱਤਾ ਹੈ, ਜਲਾਦ ਵੀ ਤੱਤੇ ਨੇ, ਸਰਕਾਰ ਵੀ ਤੱਤੀ ਹੈ, ਜਹਾਂਗੀਰ ਵੀ ਤੱਤਾ ਹੈ, ਪਰ ਤੁਸੀਂ ਤੱਤੇ ਕਾਹਤੇ ਹੋ ਗਏ? ਗੁੱਸਾ ਆ ਗਿਆ ਨਾ। ਤੁਸੀਂ ਤਾਂ ਰੱਬ ਦੇ ਪਿਆਰੇ, ਤੁਹਾਨੂੰ ਕਿਹਾ ਤੱਤਾ। ਮਹਾਰਾਜ ਤੁਹਾਡੀ ਹਾਲਤ ਨਹੀਂ ਵੇਖੀ ਜਾ ਕੇ। ਕਹਿੰਦੇ ਇਹ ਕੌਣ ਨੇ ਸਾਡੀ ਹਾਲਤ ਇਸ ਤਰ੍ਹਾਂ ਦੀ ਕਰਨ ਵਾਲੇ? ਅਸੀਂ ਤਾਂ ਉਹਦੀ ਰਜ਼ਾ 'ਚ ਹਾਂ। ਤੇ ਉਹਨੂੰ ਕਹਿ ਰਹੇ ਆ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕਿੱਤਾ ਮਿੱਠਾ ਲੱਗ ਰਿਹਾ। ਹੁਣ ਤੁਸੀਂ ਦੇਖੋ ਵੀ ਜੇ ਉਹ ਐਡੀ ਵੱਡੀ ਗੱਲ ਤਵੀ ਤੇ ਬੈਠ ਕੇ ਵੀ ਕਹਿ ਰਹੇ, ਤੁਸੀਂ ਗੁੱਸਾ ਨਾ ਕਰੋ। ਸਾਨੂੰ ਤਾਂ ਜੇ ਕੋਈ ਇੱਕ ਵਾਰੀ ਕਹਿ ਦੇਣਾ ਵੀ ਕੋਈ ਗੱਲ ਨੂੰ, ਤੇ ਦੂਜੀ ਵਾਰੀ ਅਸੀਂ ਨਹੀਂ ਹੱਥ ਦੀ ਰੋਟੀ ਖਾਣੀ, ਘਰੇ ਕਹਿ ਦਿੰਦੇ ਹਾਂ। ਘਰ ਦੇ ਹੀ ਲੈਬਰ ਹੁੰਦੇ ਨੇ, ਉਹਦੇ ਲੜ ਪਏ, ਨਹੀਂ ਖਾਣੀ ਨਾ, ਅਸੀਂ ਦਫਾ ਹੋ ਤੂੰ,
ਐਵੇਂ ਹੀ ਕਹਿ ਦਿੰਦੇ ਨੇ। ਇੱਕ ਵਾਰੀ ਪੁੱਛ ਲਿਆ, ਹੁਣ ਬਾਰ-ਬਾਰ ਮਿਹਨਤਾਂ ਕਰਨੀਆਂ ਨੇ। ਅਸੀਂ ਮਤਲਬ ਦੈਟ ਟਾਈਮ ਸਾਡਾ ਮਨ ਗੁੱਸੇ ਨਾਲ ਭਰ ਜਾਂਦਾ ਵੀ ਐਂ ਕਿਉਂ ਕਹਿ ਦਿੱਤਾ, ਹੁਣ ਇਹਦੀ ਮਿਹਨਤਾਂ ਕਰੀਏ ਅਸੀਂ? ਨਹੀਂ, ਸਾਡੇ ਘਰਾਂ ਦੀ ਆਪਸ ਵਿੱਚ ਗੱਲ ਹੈ। ਕਿਤੇ ਉੱਤੇ ਥੋੜ੍ਹਾ ਜਿਹਾ ਸੋਚ ਕੇ ਦੇਖੋ, ਬਸ ਆਹੀ ਆਪਦੇ ਆਪੇ ਦੀ ਵਿਚਾਰ ਆ। ਜਦ ਤੁਸੀਂ ਆਪਦੇ ਆਪੇ ਦੀ ਵਿਚਾਰ ਕਰ ਲਈ ਵੀ ਗੁੱਸਾ ਕਾਹਤੇ ਕਰਨਾ ਭਾਈ, ਪ੍ਰੇਮ ਨਾ ਕਰ। ਉਹਨੂੰ ਗੁੱਸਾ ਆਏਗਾ ਤੇ ਉਹਦਾ ਰੋਗੀ ਵੀ ਉਹ ਹੋਏਗਾ, ਮੈਨੂੰ ਨਹੀਂ ਆਉਣਾ ਚਾਹੀਦਾ। ਬਸ ਇਹ ਆਪਦੇ ਆਪ ਨੂੰ ਬਚਾਉਣਾ ਹੈ। ਗੁਰੂ ਪਾਤਸ਼ਾਹ ਕਹਿੰਦੇ ਜਦੋਂ ਕਿਤੇ ਆਵੇ ਆਪਦੇ ਆਪੇ ਦੀ ਵਿਚਾਰ ਕਰ ਲਓ। ਅਗਲੀ ਪੰਕਤੀ ਵਿੱਚ ਕਹਿੰਦੇ ਪੌੜੀ, ਰਾਰਾ ਰੇਨ ਹੋਤ ਸਭ ਜਾਂ ਕੀ, ਜਿਹਦੀ ਸਾਰੇ ਰੇਣ ਹੁੰਦੇ ਨੇ, ਤਾਜੇ ਅਭਿਮਾਨ ਛੁੱਟੈ ਤੇਰੀ ਬਾਕੀ। ਬਾਕੀ ਦਾ ਮਤਲਬ ਹੁੰਦਾ ਨਾ, ਇੱਕ ਬੱਕੀ ਸ਼ਬਦ ਵੀ ਬਾਕੀ, ਇਹ ਬਾਕੀ ਕੀ ਆ? ਬਾਕੀ ਹੁੰਦਾ ਬੈਲੈਂਸ। ਬਾਕੀ ਮਹਾਰਾਜ ਕਹਿੰਦੇ ਪੰਚ ਕਿਰਸਾਨ ਵਾ ਭਾਗ ਗਏ ਲੈ ਬੰਧਿਓ ਜਿਉ ਦਰਬਾਰੀ। ਤੇ ਉੱਥੇ ਮਹਾਰਾਜ ਜੀ ਲਿਖਦੇ ਨੇ ਕਿ ਤੇਰੀ ਬਾਕੀ ਨਿਕਸੀ ਭਾਰੀ। ਜਦੋਂ ਦੇਖਿਆ ਨਾ ਤੇਰਾ ਬੈਲੈਂਸ, ਉਦੋਂ ਬਹੁਤ ਭਾਰਾ ਨਿਕਲਿਆ। ਤੇ ਹਿਸਾਬ ਕਿਤਾਬ ਹੋਣਾ, ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਬਾਕੀ ਦਾ ਮਤਲਬ ਬੈਲੈਂਸ। ਜੇ ਤੂੰ ਚਾਹੁੰਦਾ ਵੀ ਤੇਰੀ ਬਾਕੀ ਜਿਹੜੀ ਹੈ ਨਾ, ਇਹਨੂੰ ਖਤਮ ਕਰਨਾ, ਪਹਿਲਾਂ ਤੂੰ ਨਾ ਤਜ ਅਭਿਮਾਨ, ਫਿਰ ਛੁੱਟੇ ਤੇਰੀ ਬਾਕੀ। ਪਹਿਲਾਂ ਹੰਕਾਰ ਛੱਡ ਦੇ, ਬਸ ਅਭਿਮਾਨ ਛੱਡ ਦੇ। ਇਹ ਹੈ ਜੀਵਨ ਜਾਚਨਾ ਹੈ। ਅਸੀਂ ਤਾਂ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਆ ਨਾ, ਅਸੀਂ ਉਹਨਾਂ ਮੂਹਰੇ ਵੀ ਅਭਿਮਾਨ ਛੱਡਣ ਨੂੰ ਤਿਆਰ ਹਾਂ। ਜਿੰਨੇ ਕਲੇਸ਼ ਹੁੰਦੇ ਨੇ ਨਿੱਕੀ ਨਿੱਕੀ ਗੱਲਾਂ ਦੇ, ਉਹਨੂੰ ਪੁੱਛ ਕੇ ਦੇਖ ਲਓ, ਉਹਨਾਂ ਵਿੱਚ ਬਹੁਤੀਆਂ ਗੱਲਾਂ ਕੀ ਨੇ, ਇਹੀ ਕਾਰਨ ਹੁੰਦਾ, ਲਓ ਜੀ ਮੇਰੀ ਨਹੀਂ ਕੋਈ ਸੁਣਦਾ। ਬਸ ਮੇਰੀ ਕਿੱਥੇ ਚੱਲਦੀ ਹੈ ਇਹਨਾਂ ਕੋਲੇ, ਵੀ ਜੇ ਪੜੇ ਜਿਹੜੇ ਭਾਈ ਪਹਿਲਾਂ ਚਲਾ ਰਹੇ ਨੇ ਉਹ ਕੀ ਲੈ ਜਾਣਗੇ ਨਾਲ ਬੰਨ ਕੇ। ਆਹ ਗੁਰੂ ਪਾਤਸ਼ਾਹ ਨੇ ਕਿਹਾ। ਇਹ ਹੈ ਜਿੱਥੇ ਇਹ ਹੁੰਦੀ ਹੈ ਨਾ ਵੀ ਮੇਰੀ ਨਹੀਂ ਚੱਲਦੀ, ਬਸ ਉੱਥੇ ਹੀ ਰੌਲਾ ਪਿਆ ਹੋਇਆ। ਚਾਹੇ ਉਹ ਮਾਫੀ ਚਾਹਾਂਗਾ ਪਤੀ ਪਤਨੀ 'ਚ ਹੋਵੇ, ਭਰਾਵਾਂ 'ਚ ਹੋਵੇ, ਮਾਤਾ ਪਿਤਾ ਬੱਚੇ 'ਚ ਵੀ, ਲੈ ਬੱਚੇ ਵੀ ਕਹਿੰਦੇ ਮੇਰੀ ਕੌਣ ਸੁਣਦਾ। ਆਹੀ ਰੌਲਾ ਹੈ। ਜਿੱਥੇ ਆਹ ਚੀਜ਼ ਬਣਦੀ ਹੈ, ਸਾਹਿਬ ਕਹਿੰਦੇ ਤਾਜੇ ਅਭਿਮਾਨ। ਦੂਜੇ ਨੇ ਕਰਕੇ ਦੇਖੋ ਨਾ, ਨੀਵੇਂ ਹੋ ਕੇ ਤਾਂ ਦੇਖੋ ਤੁਸੀਂ ਵੀ ਠੀਕ ਹੈ ਯਾਰ, ਯੂ ਆਰ ਰਾਈਟ, ਆਈ ਐਮ ਰੌਂਗ, ਕਹਿ ਕੇ ਦੇਖੋ। ਅਗਲੇ ਦਾ ਪਾਰਾ ਜਦੀ ਥੱਲੇ ਆ ਜਾਂਦਾ, ਬਿਲਕੁਲ ਜਦੀ। ਸੱਚ ਹੈ। ਸਮਾਂ ਵੀ ਹੋ ਗਿਆ, ਮੈਂ ਸਮਾਪਤੀ ਕਰਾਂ। ਅਮਰੀਕਾ ਗੁਰਦੁਆਰੇ ਦੇ ਵਿੱਚ ਮੈਂ ਕਈ ਵੀ ਸ਼ਾਇਦ ਜ਼ਿਕਰ ਵੀ ਕੀਤਾ ਹੋਵੇ। ਆਪਣੇ ਜਿਵੇਂ ਠੰਡ ਦੇ ਦਿਨਾਂ ਵਿੱਚ ਉੱਥੇ ਹੀਟ ਲੱਗੀ ਹੁੰਦੀ ਆ। ਆਹੀ ਜਿਹੇ ਦਿਨ ਸੀਗੇ, ਨੋਰਮਲ ਜੀ ਸੀਗੀ ਠੰਡ, ਅਤੇ ਉਹ ਦੱਸਿਆ ਹੁੰਦਾ ਸੀ ਵੀ ਇੰਨੇ 'ਤੇ ਤੁਸੀਂ ਹੀਟਰ ਜਿਹੜਾ ਹੀਟ ਲਾ ਦੇਣੀ ਆ। AC ਇਹਦੇ ਉੱਪਰੋਂ ਚਲੇ ਜਾਏਗਾ, ਠੰਡ ਵੱਧ ਜਾਣੀ ਆ। ਨੀਚੇ ਕਰ ਦਿੱਤਾ, ਹੀਟ ਵੱਧ ਜਾਣੀ ਆ, ਗਰਮੀ ਵੱਧ ਜਾਣੀ ਆ। ਵੀ ਇੱਥੇ ਕੁ ਰੱਖ ਦਿਓ, ਅਤੇ ਮੈਂ ਆਪਦਾ ਸਵੇਰੇ ਸੈੱਟ ਕਰਕੇ ਰੱਖ ਦੇਣਾ, ਆਪਦਾ ਕੰਮ ਕਰਨ ਲੱਗ ਜਾਣਾ। ਫਿਰ ਟਾਈਮ ਨਹੀਂ ਸੀ ਲੱਗਦਾ। ਇੱਕ ਦਿਨ ਕੀ ਹੋਇਆ ਜੀ, ਪਹਿਲਾਂ ਤਾਂ ਮੈਂ ਭਾਈ ਸਾਹਿਬ ਨਾਲ ਤਬਲਾ ਵਜਾਉਂਦਾ ਹੁੰਦਾ ਸੀ, ਫਿਰ ਤਬਲਾ ਵਜਾਉਣਾ, ਫਿਰ ਘੰਟਾ ਕਥਾ ਕਰਨੀ, ਕਥਾ ਤੋਂ ਬਾਅਦ ਫਿਰ ਭਾਈ ਸਾਹਿਬ ਨੇ ਅਰਦਾਸ ਕਰਨੀ, ਮੈਂ ਹੁਕਮਨਾਮਾ, ਫਿਰ ਥੋੜ੍ਹੀ ਜਿਹੀ ਹੁਕਮਨਾਮੇ ਵਿਚਾਰ ਕਰਕੇ ਫਿਰ ਸਮਾਪਤੀ, ਫਿਰ ਦੇਗ ਵਰਤਾਉਣੀ। ਇਹ ਕੰਟੀਨਿਊ ਹੁੰਦਾ ਇਸ ਟਾਈਮ। ਜਦੋਂ ਮੈਂ ਦੇਗ ਵਰਤਾ ਕੇ ਹਟਿਆ ਤਾਂ ਉਦੋਂ ਪਹਿਲਾਂ ਮੈਨੂੰ ਕਥਾ ਕਰਦੇ ਨੂੰ ਮੈਨੂੰ ਵੀ ਤਾਉਣੀ ਆਈ ਜਾਵੇ। ਇੰਨੀ ਗਰਮੀ ਅੱਜ, ਸੰਗਤ ਕੀ ਅੱਜ ਦਿਨ ਇੱਕਦਮ ਹੋ ਗਿਆ, ਹੀਟ ਇੰਨੀ ਹੋ ਗਈ। ਚਲੋ ਜੀ ਉਸ ਤਰ੍ਹਾਂ ਹੀ ਕੀਤਾ ਸਾਰਾ ਕੁਛ। ਹੁਣ ਵਿੱਚੋਂ ਜਾ ਨਹੀਂ ਸੀ ਸਕਦੇ ਛੱਡ ਕੇ, ਸਮਾਪਤੀ ਕੀਤੀ। ਹਜੇ ਮੈਂ ਦੇਗ ਵਰਤਾ ਰਿਹਾ, ਮੇਰੇ ਹੱਥ ਹਜੇ ਦੇਗ ਵਾਲੀ ਸੀਗੇ, ਅਤੇ ਕੋਈ ਮੈਂਬਰ ਸੀ ਸਾਡੇ ਉਸ ਗੁਰੂ ਘਰ ਦਾ, ਅਤੇ ਉਹਨੂੰ ਬੜਾ ਗੁੱਸੇ 'ਚ ਆ ਉਤਰਿਆ। ਕਈਆਂ ਤਾਂ ਹੁੰਦਾ ਨਾ ਵੀ ਇੱਕ ਸ਼ਬਦ ਬਾਬਾ ਹੀ ਵਰਤਣਾ ਹੋਣਾ, ਬਾਬਾ, ਓਏ ਬਾਬਾ। ਇੱਕ ਤਾਂ ਇਹ ਸ਼ਬਦ ਬੜਾ ਭੈੜਾ, ਇਹ ਐਵੇਂ ਨਾ ਕਿਹਾ ਕਰੋ। ਉਹਨੇ ਜੀ ਦੂਰੋਂ ਹੀ ਬੋਲਿਆ, ਉਹ ਬਾਬਾ। ਮੈਂ ਕਿਹਾ ਦੂਰੋਂ ਦੇਖ ਲਿਆ, ਮੈਂ ਕਿਹਾ ਕੋਈ ਗੜਬੜੀ ਹੈ, ਜਿਹੜੀ ਸੁਰ ਦੱਸਦੀ ਹੈ ਇਹਦੀ, ਬੜੀ ਉੱਚੀ ਬੋਲਿਆ। ਸੰਗਤ ਜਾ ਚੁੱਕੀ ਸੀ ਲੰਗਰ 'ਚ, ਕੁਝ ਜੀ ਗਏ ਅਸੀਂ ਥੋੜ੍ਹੇ। ਮੈਂ ਕੀ ਹੋ ਗਿਆ ਜੀ, ਤੁਹਾਨੂੰ ਬੜੇ ਵਾਰੀ ਕਿਹਾ ਵੀ ਇਹਨੂੰ ਸੈੱਟ ਰੱਖਿਆ ਕਰੋ। ਅੱਜ ਸਾਰੀ ਦੀ ਸਾਰੀ ਸੰਗਤ ਲੂਤ ਹੀ ਉਹ ਥੋੜ੍ਹੇ ਦਬਾਬੇ ਨਾਲ ਸੰਬੰਧਿਤ ਰੱਖਦਾ ਸੀ, ਲੂਤ ਹੀ। ਮੈਂ ਕਿਹਾ ਜੀ ਉੱਥੇ ਹੀ ਮੈਂ ਦੂਰੋਂ ਹੀ ਇੰਨੀ, ਜਿਵੇਂ ਉੱਥੋਂ ਉਹਨੇ ਆਵਾਜ਼ ਮਾਰੀ, ਮੈਂ ਇੱਥੇ ਕਿਹਾ ਹਾਂ ਜੀ ਗਲਤੀ ਹੋ ਗਈ। ਉਹ ਦੇਗ ਵਾਲੇ ਹੱਥ ਮੈਂ ਉੱਥੇ ਹੀ ਜੋੜ ਲਏ। ਜਦੋਂ ਉਹਨੂੰ ਮੈਂ ਫਿਰ ਕਿਹਾ, ਉਹਨੇ ਫਿਰ ਕਿਹਾ, ਉਹਨੇ ਕਈ ਵਾਰੀ ਕਿਹਾ। ਹੁਣ ਉਹਦੀ ਸੁਰ ਥੋੜ੍ਹੀ ਜਿਹੀ ਚੇਂਜ ਹੋ ਗਈ। ਜਦੋਂ ਹੋਰ ਨੇੜੇ ਆ ਗਿਆ, ਮਹਾ ਜੀ ਅਸੀਂ ਤਾਂ ਗਲਤੀਆਂ ਦੇ ਪੁਤਲੇ ਹਾਂ, ਗਲਤੀ ਹੋ ਜਾਂਦੀ ਹੈ। ਉਹ ਹੋਰ ਘਟ ਗਿਆ। ਜਦੋਂ ਤੋਂ ਹੋਰ ਨੇੜੇ ਆਇਆ, ਮੇਰੇ ਕੋਲੇ ਨੂੰ ਜਾਨੂੰ ਆਇਆ, ਅਤੇ ਅਸੀਂ ਤੁਹਾਨੂੰ ਕਈ ਵਾਰੀ ਕਿਹਾ ਵੀ ਇਹਨੂੰ ਸੈੱਟ ਰੱਖਿਆ ਕਰੋ। ਮੈਂ ਕਿਹਾ ਜੀ ਹੁਣ ਤਾਂ ਤੁਹਾਡੇ ਪੈਰਾਂ 'ਚ ਡਿੱਗ ਕੇ ਮਾਫੀ ਮੰਗਣੀ ਪੈਣੀ, ਵੀ ਦੱਸੋ ਮਾਫ ਕਰੋਗੇ ਕਿਵੇਂ। ਹੁਣ ਜਦੋਂ ਮੈਂ ਇਹ ਗੱਲ 'ਤੇ ਕਿਹਾ, ਉਹ ਮੈਨੂੰ ਕਹਿੰਦਾ ਬਾਬਾ ਜੀ ਵੀ ਦੇਖੋ ਮੈਂ ਇਹ ਗੱਲ ਕਹਿ ਰਿਹਾ, ਕਿੱਥੇ ਆਵਾਜ਼ ਉੱਚੀ ਸੀਗੀ, ਫਿਰ ਹੋਰ ਡਾਊਨ ਹੋ ਗਈ, ਫਿਰ ਹੋਰ ਡਾਊਨ ਹੋ ਗਈ। ਜਦੋਂ ਮੇਰੇ ਕੋਲ ਆਇਆ, ਮੈਂ ਕਿਹਾ ਜੀ ਤੁਹਾਡੇ ਪੈਰ ਕਿੱਥੇ ਨੇ। ਮੈਂ ਉਹਨੂੰ ਹੋਰ ਕੁਛ ਨਹੀਂ ਕਿਹਾ, ਮੈਂ ਤੁਹਾਡੇ ਪੈਰ ਕਿੱਥੇ ਨੇ।
ਤੇ ਮੈਨੂੰ ਕਹਿੰਦਾ ਮੇਰੀ ਬਾਕੀ ਇੱਕ ਤਰ੍ਹਾਂ ਬਾਂਹ ਦੇ ਉੱਪਰ ਦੀ ਮੈਨੂੰ ਕਹਿੰਦਾ ਆ ਚਲੀ ਲੰਗਰ ਚੱਲਦੇ ਆ, ਛੱਡੋ ਤੁਸੀਂ ਗੱਲ ਨੂੰ। ਉਹਦੇ ਕੋਲ ਉਹਦੀ ਗੱਲ ਦਾ ਮੈਂ ਜਵਾਬ ਨਹੀਂ ਦਿੱਤਾ। ਜਦੋਂ ਅਸੀਂ ਲੰਗਰ ਜਾ ਕੇ ਬੈਠ ਗਏ ਨਾ, ਲੰਗਰ ਛਕਣ ਲੱਗੇ, ਮੈਂ ਕਿਹਾ ਮਤਲਬ ਉਹ ਸੀਨੀਅਰ ਮੀਤ ਪ੍ਰਧਾਨ ਸੀਗੇ, ਮੈਂ ਕਿਹਾ ਪ੍ਰਧਾਨ ਜੀ, ਕਹਿੰਦੇ ਹਾਂ। ਮੈਂ ਕਿਹਾ ਤੁਸੀਂ ਮੈਨੂੰ ਕਿਹਾ ਸੀ 65 ਤੇ ਰੱਖਣਾ, ਕਹਿੰਦੇ ਹਾਂ। ਮੈਂ ਕਿਹਾ ਮੈਂ 65 ਤੇ ਕੀਤਾ ਸੀ। ਕਿਸੇ ਬਜ਼ੁਰਗ ਨੂੰ ਠੰਡ ਲੱਗੀ, ਕੋਈ ਹੁੰਦਾ ਬਜ਼ੁਰਗ ਸਰੀਰ ਹੈ, ਠੰਡ ਲੱਗ ਸਕਦੀ ਹੈ, ਉਹਨਾਂ ਨੂੰ ਠੰਡ ਲੱਗੀ, ਜੇ ਉਹਨੂੰ ਉੱਤੇ ਕਰ ਦਿੱਤੀ ਤੇ ਹੀਟ ਵੱਧ ਗਈ ਤੇ ਹੂ ਇਜ਼ ਰਿਸਪੌਂਸੀਬਲ, ਕੌਣ ਜ਼ਿੰਮੇਵਾਰ ਇਹਦਾ? ਮੈਂ ਤਾਂ ਕੀਰਤਨ ਕਰ ਰਿਹਾ, ਮੈਂ ਤਾਂ ਤਬਲਾ ਵਜਾ ਰਿਹਾ ਸੀ, ਮੈਂ ਤਾਂ ਕਥਾ ਕਰ ਰਿਹਾ ਸੀ, ਮੈਂ ਕਿਵੇਂ ਆ ਕੇ ਕਰ ਗਿਆ? ਹਾਂ ਤੇ ਬਾਬਾ ਤੂੰ ਮੈਨੂੰ ਪਹਿਲਾਂ, ਮੈਂ ਦੱਸਣ ਦਾ ਤੈਨੂੰ ਮੌਕਾ, ਤੇਰੇ ਤੇ ਸੁਰ ਬੜੀ ਉੱਚੀ ਸੀਗੀ। ਕਹਿੰਦੇ ਫਿਰ ਹੁਣ ਦੱਸਿਆ? ਮੈਂ ਕਿਹਾ ਹੁਣ ਤੈਨੂੰ ਤਾਂ ਦੱਸਿਆ, ਆ ਤੇਰੀ ਸੁਰ ਦਾ ਮੇਰੇ ਤੇ ਅਸਰ ਨਹੀਂ ਹੋਇਆ ਹੈਗਾ। ਕਹਿੰਦਾ ਉਹ ਬਾਅਦ ਵਿੱਚ ਮੈਨੂੰ ਲਾਸਟ ਕਹਿੰਦਾ ਸੌਰੀ, ਦੈਟ ਸੌਰੀ ਮੀਨਜ਼ ਜੇ ਮੈਂ ਬੋਲਦਾ ਝੜਕਾ ਤਾਂ ਮੈਨੂੰ ਫੇਰ ਵੀ ਪੈਣੀ ਸੀ, ਪਰ ਉਹਨੂੰ ਰੀਅਲਾਈਜ਼ ਹੋ ਗਿਆ ਵੀ ਆਈ ਐਮ ਰੋਂਗ। ਕਹਿੰਦਾ ਗਲਤੀ ਮੇਰੀ ਹੈ, ਮੈਂ ਤੁਹਾਨੂੰ ਕਹਿਣਾ ਨਹੀਂ ਸੀ ਇਸ ਤਰ੍ਹਾਂ। ਮੈਂ ਕਿਹਾ ਨੈਕਸਟ ਟਾਈਮ ਓਏ ਬਾਬਾ ਨਹੀਂ ਕਹਿਣਾ, ਨਾਲੇ ਮੈਨੂੰ ਤਾਂ ਕਹਿਣਾ ਨਹੀਂ ਘੱਟੋ ਘੱਟ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਜਦ ਤੱਕ ਸਾਡਾ ਮਨ ਹੀ ਨਹੀਂ ਰੇਣ 'ਚ, ਨਿਮਰਤਾ 'ਚ ਨਹੀਂ ਹੈਗਾ ਨਾ, ਤੇ ਬਾਕੀ ਫਿਰ ਕੀ? ਕ੍ਰੋਧ ਹੀ ਹੈ, ਈਰਖਾ ਹੀ ਆ। ਇਸ ਕ੍ਰੋਧ ਦੀ ਅੱਗ 'ਚ ਬੰਦਾ ਸੜਦਾ ਰਹਿੰਦਾ ਬਸ। ਗੁਰੂ ਪਾਤਸ਼ਾਹ ਕਹਿੰਦੇ ਰਾਰਾ ਰੇਨ ਹੋਤ ਸਭ ਜਾਂ ਕੀਤਾ ਜੇ ਅਭਿਮਾਨ ਛੁੱਟੇ ਤੇਰੀ ਬਾਕੀ, ਫਿਰ ਤੇਰੀ ਬਾਕੀ ਛੁੱਟ ਸਕਦੀ ਹੈ। ਬਾਕੀ ਸ਼ਬਦ ਦੀ ਵਿਚਾਰ ਆਪਾਂ ਇੱਥੋਂ ਹੀ ਕੱਲ੍ਹ ਕਰਾਂਗੇ। ਸਤਿਗੁਰ ਰਹਿਮਤ ਕਰੇ, ਆਲਮੀ ਬਾਕ ਤੋਂ ਚੰਗੇਰੀ ਸਿੱਖਿਆ।